ਸਤਿ ਸ੍ਰੀ ਅਕਾਲ। ਲੋਕ ਰਾਣੇ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਹਾਈ ਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ RS ਬੈਂਸ ਮੌਜੂਦ ਨੇ। ਜਮਹੂਰੀਅਤ ਦੀ ਗੱਲ ਕਰਾਂਗੇ, ਲੋਕਤੰਤਰ ਦੀ ਗੱਲ ਕਰਾਂਗੇ। ਜਿਹੜੀ ਕਲਾਈਮੇਟ ਐਕਟਿਵਿਸਟ ਹੈ ਦਿਸ਼ਾ ਰਵੀ, ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਹਰਿਆਣਾ ਦੇ ਗ੍ਰਹਿ ਮੰਤਰੀ ਜੋ ਉਸ ਤੇ ਬਿਆਨਬਾਜ਼ੀ ਕਰ ਰਹੇ ਨੇ ਕਿ ਜਿਹੜੇ ਵੀ ਦੇਸ਼ ਵਿਰੋਧੀ ਕਾਰਵਾਈ ਕਰਦੇ ਨੇ, ਭਾਵੇਂ ਉਹ ਦਿਸ਼ਾ ਰਵੀ ਹੋਵੇ, ਉਹਨਾਂ ਦੀ ਜਿਹੜੀ ਨਸਲ ਹੀ ਖਤਮ ਕਰ ਦੇਣੀ ਚਾਹੀਦੀ ਹੈ। ਬੜਾ ਹੈਰਾਨੀਜਨਕ ਬਿਆਨ ਹੈ। ਜਦੋਂ ਕੋਈ ਮਾੜਾ ਮੋਟਾ ਬਿਆਨ ਦਿੰਦਾ ਹੈ ਤਾਂ ਉਸ ਉੱਤੇ ਕਦੇ ਦੇਸ਼ ਧਰੋਹ ਦਾ ਮੁਕੱਦਮਾ ਹੋ ਜਾਂਦਾ ਹੈ, ਕੋਈ ਮਾੜੀ ਜੀ ਕਿਸਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕਦਾ ਤਾਂ ਉਸ ਨੂੰ ਜੇਲ੍ਹ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਜਮਹੂਰੀਅਤ ਦੇ ਵਿੱਚ, ਜਦੋਂ ਸੁਪਰੀਮ ਕੋਰਟ ਦੇ ਵੱਲੋਂ ਵੀ ਇੱਕ ਹੁਕਮ ਜਿਹੜਾ ਫੈਸਲਾ ਪਿਛਲੇ ਸਮੇਂ ਦੇ ਵਿੱਚ ਲਿਆ ਗਿਆ ਸੀਗਾ, ਉਹਦੇ ਵਿੱਚ ਵੀ ਕਿਤੇ ਨਾ ਕਿਤੇ ਚਰਚਾ ਕਰਨੀ ਬਣਦੀ ਆ ਕਿ ਕੋਈ ਵੀ ਕਿਤੇ ਵੀ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦਾ। ਖਾਸ ਗੱਲ ਇਸ ਲਈ ਹੈ ਕਿ ਜੇਕਰ ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਤੇ ਜੇ ਹੁਣ ਕਿਸਾਨ ਜਾਂ ਲਾ ਲਓ ਕੋਈ ਵੀ ਧਰਨਾ ਦਿੰਦਾ ਹੈ, ਉਹ ਪਰੇਸ਼ਾਨ ਹੁੰਦਾ ਤਾਂ ਉਸ ਦੀ ਪਰੇਸ਼ਾਨੀ ਨੂੰ ਕਿਉਂ ਨਹੀਂ ਸਮਝਿਆ ਜਾਂਦਾ, ਇਸ ਉੱਤੇ ਵੀ ਗੱਲਬਾਤ ਕਰਾਂਗੇ। ਬੈਂਸ ਸਾਹਿਬ, ਤੁਹਾਡਾ ਸਵਾਗਤ ਹੈ ਲੋਕ ਰਾਣੇ ਚੈਨਲ ਪੰਜਾਬੀ 'ਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੈਂਸ ਸਾਹਿਬ, ਸਭ ਤੋਂ ਪਹਿਲਾਂ ਇਸ ਫੈਸਲੇ ਨੂੰ, ਜਿਹੜੇ ਇਹਦੇ ਉੱਤੇ ਦੁਬਾਰਾ ਰਿਵਿਊ ਪਟੀਸ਼ਨ ਪਾਈ ਸੀਗੀ ਤੇ ਉਹ ਪਟੀਸ਼ਨ ਖਾਰਜ ਹੋ ਗਈ ਤੇ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਕੋਈ ਵੀ ਕਿਤੇ ਵੀ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦਾ, ਇਹਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ ਕਿ ਜਮਹੂਰੀਅਤ ਕੀ ਕਹਿੰਦੀ ਆ ਤੇ ਅਦਾਲਤਾਂ ਕੀ ਕਹਿ ਰਹੀਆਂ ਨੇ? ਇਹ ਐਕਚੁਅਲੀ ਕੁਝ ਲਾਈਨਾਂ ਦਾ ਹੀ ਫੈਸਲਾ ਹੈ। ਇਹਨੂੰ ਫੈਸਲਾ ਕਹਿਣਾ ਠੀਕ ਨਹੀਂ ਹੋਏਗਾ ਜੀ। ਇਹ ਜਿਸ ਤਰ੍ਹਾਂ ਕੋਈ ਓਰਲ ਆਬਜ਼ਰਵੇਸ਼ਨ ਹੁੰਦੀ ਹੈ, ਉਹੋ ਜਿਹੀ ਇੱਕ ਲਾਈਨ ਲਿਖੀ ਹੋਈ ਹੈ ਕਿ ਹਰ ਬੰਦਾ ਹਰ ਟਾਈਮ ਜਾਂ ਹਰ ਜਗ੍ਹਾ ਨਹੀਂ ਕਰ ਸਕਦਾ ਜੀ। ਸੋ ਮੇਰੇ ਹਿਸਾਬ ਨਾਲ ਫੈਸਲਾ ਹੁੰਦਾ ਜਿੱਥੇ ਤੁਸੀਂ ਸਾਰਾ ਲਾਅ ਡਿਸਕਸ ਕਰਦੇ ਹੋ, ਆਰਗੂਮੈਂਟਸ ਲੰਬੀਆਂ ਸੁਣਦੇ ਹੋ, ਕਿਉਂਕਿ ਉਹਨਾਂ ਨੇ ਤਾਂ ਫਿਜ਼ੀਕਲ ਹੀਅਰਿੰਗ ਦੀ ਪਰਮਿਸ਼ਨ ਵੀ ਨਹੀਂ ਦਿੱਤੀ। ਉਹਨਾਂ ਨੇ ਕਿਹਾ ਅਸੀਂ ਜੋ ਪਹਿਲਾ ਫੈਸਲਾ ਦਿੱਤਾ ਹੈ ਸ਼ਹੀਨ ਬਾਗ ਦਾ, ਉਹੀ ਰਹੇਗਾ, ਤੇ ਨਾਲ ਦੇ ਨਾਲ ਇੱਕ ਲਾਈਨ ਲਿਖਤੀ ਕਿ ਕੋਈ ਬੰਦਾ ਹਰ ਜਗ੍ਹਾ ਹਰ ਟਾਈਮ ਨਹੀਂ ਕਰ ਸਕਦਾ। ਇੱਕ ਲਾਈਨ ਲਿਖੀ ਹੋਈ, ਸੋ ਮੈਂ ਇਹਨੂੰ ਫੈਸਲਾ ਘੱਟ ਕਹਾਂਗਾ। ਇੱਕ ਤਰ੍ਹਾਂ ਦਾ ਇੱਕ ਆਬਜ਼ਰਵੇਸ਼ਨ ਹੈ ਜਿਹਦੀ ਕਿ ਬਹੁਤ ਜ਼ਿਆਦਾ ਪਬਲਿਸਿਟੀ ਹੋਈ ਹੈ, ਬਟ ਇਹਦੀ ਕੋਈ ਖਾਸ ਇੰਪੋਰਟੈਂਸ ਨਹੀਂ ਹੈ, ਕਿਉਂਕਿ ਛੋਟੀ ਜਜਮੈਂਟ ਜਿੱਥੇ ਕੋਈ ਰੀਜ਼ਨਿੰਗ ਨਾ ਹੋਵੇ ਉਹ ਕੋਈ ਕਾਨੂੰਨ ਨਹੀਂ ਬਣਾਉਂਦਾ ਜੀ। ਉਹ ਬਿਟਵੀਨ ਦਾ ਪਾਰਟੀਜ਼ ਤਾਂ ਹੋ ਸਕਦਾ ਹੈ ਕਿ ਉਹ ਕਾਨੂੰਨ ਬਣ ਜਾਏ, ਬਟ ਅਦਰਵਾਈਜ਼ ਜਨਰਲ ਕਾਨੂੰਨ ਨਹੀਂ ਬਣਦਾ ਦੇਸ਼ ਦਾ। ਸੋ ਸੁਪਰੀਮ ਕੋਰਟ ਦਾ ਇਹ ਕਹਿਣਾ, ਜਦ ਲੂਜ਼ ਜੀ ਆਬਜ਼ਰਵੇਸ਼ਨ ਲਿਖਣੀ ਜਾਂ 6 ਲਾਈਨਾਂ ਦੇ ਫੈਸਲੇ 'ਚ ਕਹਿ ਦੇਣਾ, ਉਹਦੇ ਨਾਲ ਕੋਈ ਦੇਸ਼ ਦਾ ਕਾਨੂੰਨ ਬਦਲ ਨਹੀਂ ਜਾਂਦਾ, ਕਿਉਂਕਿ 1972 ਦਾ 5 ਜੱਜਾਂ ਨੇ ਇੱਕ ਲੰਬਾ ਫੈਸਲਾ ਦਿੱਤਾ ਹੋਇਆ। ਉਹਦੇ ਵਿੱਚ ਉਹਨਾਂ ਨੇ ਕਾਫੀ ਸਪਸ਼ਟ ਕੀਤਾ ਹੋਇਆ ਕਿ ਪ੍ਰੋਟੈਸਟ ਕੀ ਹੁੰਦਾ ਹੈ ਔਰ ਕਿੰਨਾ ਕੁ ਸਰਕਾਰ ਰੋਕ ਸਕਦੀ ਹੈ ਔਰ ਕਿੰਨੀ ਰੈਗੂਲੇਸ਼ਨ ਦਾ ਮਤਲਬ ਕੀ ਹੁੰਦਾ ਕਿ ਰੈਗੂਲੇਸ਼ਨ ਜੇ ਤੁਸੀਂ ਕਰ ਸਕਦੇ, ਇਹਦਾ ਮਤਲਬ ਹੈ ਕਿ ਤੁਸੀਂ ਰੈਗੂਲੇਟ ਕਰਨਾ ਕਿਸੇ ਪ੍ਰੋਟੈਸਟ ਨੂੰ, ਉਹਨਾਂ ਦੀ ਮਦਦ ਕਰਨ ਲਈ, ਨਾ ਕਿ ਉਹਨੂੰ ਰੋਕਣਾ। ਆਫਟਰ ਆਲ, ਜੇ ਅਸੀਂ ਕਹਿ ਰਹੇ ਹਾਂ ਕਿ ਸਰਕਾਰ ਨੂੰ ਚਾਹੀਦਾ ਸੀ ਕਿਸਾਨਾਂ ਲਈ ਪਾਣੀ ਦਾ ਪ੍ਰਬੰਧ ਕਰਦੇ, ਕਿਸਾਨਾਂ ਲਈ ਟਾਇਲਟਸ ਦਾ ਪ੍ਰਬੰਧ ਕਰਦੇ, ਇੰਨੇ ਲੋਕੀ ਨਾਰਾਜ਼ ਹੈ, ਇੰਨੇ ਇਕੱਠੇ ਹੋਏ ਆ, ਜਿਹੜੀ ਕਿ ਬਹੁਤ ਔਖਾ ਹੁੰਦਾ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਸਮੇਂ ਵਿੱਚ। ਜੇ ਹੋ ਹੀ ਗਏ ਇਕੱਠੇ ਤਾਂ ਸਰਕਾਰ ਦੀ ਪਹਿਲੀ ਡਿਊਟੀ ਹੈ, ਪੁਲਿਸ ਅਥਾਰਟੀ ਦੀ, ਪਬਲਿਕ ਡਿਊਟੀਜ਼ ਦੀ, ਕਿ ਜਿਹੜਾ ਉਹਨਾਂ ਦੀ ਮਨੁੱਖੀ ਜ਼ਿੰਦਗੀ ਦਾ ਅਧਿਕਾਰ ਨੇ, ਜੀਣ ਦੇ, ਪਾਣੀ ਪੀਣ ਦੇ, ਟਾਇਲਟਸ ਫੈਸਿਲਿਟੀਜ਼, ਉਹ ਸਾਰੀਆਂ ਉਹ ਬਰਕਰਾਰ ਕਰਦੇ ਤਾਂ ਫਿਰ ਉਹਨਾਂ ਦੀ ਗੱਲ ਸੁਣਦੇ। ਉਹਨਾਂ ਨੂੰ ਇਹ ਇਸ ਕਰਕੇ ਕਾਨੂੰਨ ਤਾਂ ਇਸ ਤਰ੍ਹਾਂ ਦਿਖਦਾ ਹੈ, ਮਗਰ ਬਹੁਤ ਵਾਰੀ ਇੱਦਾਂ ਹੁੰਦਾ ਜਦੋਂ ਦੇਸ਼ ਦੇ ਇੰਸਟੀਟਿਊਸ਼ਨਸ ਚੁੱਪ ਹੋ ਜਾਂਦੇ ਨੇ। ਸਾਡਾ ਸੁਪਰੀਮ ਕੋਰਟ ਉਸ ਫੇਜ਼ ਵਿੱਚ ਚੱਲ ਰਿਹਾ ਜਦੋਂ ਸਰਕਾਰ ਦੇ ਅੱਗੇ ਉਹ ਚੁੱਪ ਹੈ। ਤੁਹਾਡੇ ਸਾਹਮਣੇ ਲੋਕਾਂ ਦੇ ਝੂਠੇ ਕੇਸ ਬਣ ਰਹੇ ਨੇ, ਤੁਹਾਡੇ ਸਾਹਮਣੇ ਬੱਚਿਆਂ ਨੂੰ ਲਾਠੀ ਚਾਰਜ ਹੋ ਰਿਹਾ ਹੈ। ਇਹ ਹਾਲਾਤ ਤਾਂ ਉਹੋ ਜਿਹੇ ਹੋ ਗਏ ਕਿ ਜਿਹੜਾ ਸਭ ਤੋਂ ਵੱਡਾ ਸੰਵਿਧਾਨਿਕ ਇੰਸਟੀਟਿਊਸ਼ਨ ਸੀ ਉਹ ਚੁੱਪੀ ਸਾਧ ਗਿਆ, ਤੇ ਜੇ ਬੋਲਦਾ ਵੀ ਹੈ ਤਾਂ ਪੁੱਠੀ ਗੱਲ ਹੀ ਬੋਲਦਾ ਹੈ। ਗੱਲ ਏਦਾਂ ਹੈ, ਤੁਸੀਂ ਕਹਿ ਰਹੇ ਸੀ ਕਿ ਇਹਨੂੰ ਫੈਸਲਾ ਨਹੀਂ ਮੰਨਿਆ ਜਾ ਸਕਦਾ, ਪਰ ਇੱਕ ਟਿੱਪਣੀ ਇਹੋ ਜਿਹੀ ਕਰਨੀ, ਗੱਲ ਇਹੋ ਜਿਹੀ ਕਹਿਣੀ, ਇਹੋ ਜਿਹੇ ਹਾਲਾਤ ਦੇ ਵਿੱਚ ਇਹੋ ਜਿਹੀ ਗੱਲ ਸਾਹਮਣੇ ਆਉਣੀ, ਤੇ ਕਿਤੇ ਨਾ ਕਿਤੇ ਸਰਕਾਰਾਂ ਨੂੰ ਮੌਕਾ ਮਿਲ ਜਾਂਦਾ ਜਾਂ ਪ੍ਰਸ਼ਾਸਨ ਨੂੰ ਮੌਕਾ ਮਿਲ ਜਾਂਦਾ ਕਿ ਉਸ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ। ਡਰ ਤਾਂ ਇਸ ਕਰਕੇ ਬਣਿਆ ਨਾ ਕਿ ਕਿਸਾਨ ਅੰਦੋਲਨ ਵੀ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਹੀ ਲੰਘ ਰਿਹਾ। ਧਰਨਾ ਪ੍ਰਦਰਸ਼ਨ ਲਾਇਆ ਹੋਇਆ, ਉਹਦੇ ਨਾਲ ਭਾਵੇਂ ਆਮ ਲੋਕ ਨਹੀਂ ਉੱਥੇ ਬੋਲ ਰਹੇ, ਪਰ ਕਿਤੇ ਨਾ ਕਿਤੇ ਬਹਾਨਾ ਤਾਂ ਮਿਲ ਜਾਂਦਾ। ਬਿਲਕੁਲ, ਸਰਕਾਰ ਨੂੰ ਬਹਾਨਾ ਮਿਲਣ ਦੀ ਤਾਂ ਕਾਫੀ ਜ਼ਿਆਦਾ ਹੈ, ਬਹਾਨਾ ਦੇਣ ਦੀ ਤਾਂ ਕਾਫੀ ਜ਼ਿਆਦਾ, ਪਰ ਜਦੋਂ ਅਸੀਂ ਬਿਲਕੁਲ ਕਾਨੂੰਨ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਵਾਕਿਆ ਹੀ ਰਾਈਟ ਟੂ ਅਸੈਂਬਲ ਪੀਸਫੁਲੀ ਪ੍ਰੋਟੈਸਟ ਲਈ, ਉਹ ਕਾਨੂੰਨ ਦੀ ਨਜ਼ਰਾਂ 'ਚ ਅਲੱਗ ਹੁੰਦਾ। ਪ੍ਰੈਕਟੀਕਲੀ ਤਾਂ ਤੁਸੀਂ ਕਦੇ ਵੀ ਫੌਜ ਭੇਜ ਕੇ, ਬਰੂਟਲ ਫੋਰਸ ਕਰਕੇ, ਗੋਲੀਆਂ ਚਲਾ ਕੇ ਜਲਿਆਂਵਾਲਾ ਬਾਗ ਮਗਰ ਕੋਈ ਵੀ ਪ੍ਰੋਟੈਸਟ ਨੂੰ ਖਤਮ ਕਰ ਸਕਦੇ। ਸੁਪਰੀਮ ਕੋਰਟ ਕਹੇ ਜਾਂ ਨਾ ਕਹੇ, ਉਹਦੇ ਕਹਿਣ ਨਾਲ ਨਾ ਤਾਂ ਪ੍ਰੋਟੈਸਟ ਸ਼ੁਰੂ ਹੁੰਦੀ ਹੈ ਤੇ ਨਾ ਹੀ ਉਹਦੇ ਕਹਿਣ ਨਾਲ ਪ੍ਰੋਟੈਸਟ ਬੰਦ ਹੁੰਦੀ ਹੈ।
ਅਲਟੀਮੇਟਲੀ ਪ੍ਰੋਟੈਸਟ ਦਾ ਇੱਕ ਬੜਾ ਵੱਡਾ ਡਿਸੀਜਨ ਹੁੰਦਾ ਹੈ। ਬੜੇ ਮੁਸ਼ਕਲ ਹਾਲਾਤਾਂ ਵਿੱਚ ਲੋਕ ਘਰਾਂ ਦੀ ਕੰਫਰਟ ਛੱਡ ਕੇ ਸੜਕਾਂ ਤੇ ਬਹਿਣ ਲਈ ਤਿਆਰ ਹੁੰਦੇ ਨੇ। ਦੁਨੀਆ ਵਿੱਚ ਇਹੋ ਜਿਹੀਆਂ ਐਗਜ਼ਾਮਪਲਾਂ ਹੀ ਘੱਟ ਹੈ ਕਿ 6-6 8-8 ਮਹੀਨੇ ਦਾ ਰਾਸ਼ਨ ਲੈ ਕੇ ਹਜ਼ਾਰਾਂ ਲੋਕੀ ਇਕੱਠੇ ਹੋ ਕੇ ਬਹਿ ਜਾਣ ਔਰ ਫਿਰ ਸ਼ਾਂਤੀ ਨਾਲ। ਸੋ ਇਸ ਕਰਕੇ ਅਦਰਵਾਈਜ਼ ਤਾਂ ਆਮ ਮੁਲਕਾਂ ਵਿੱਚ ਤਾਂ ਜੇ ਇੰਨੇ ਮਹੀਨੇ ਲੋਕ ਆਉਂਦੇ ਤਾਂ ਉਹਨਾਂ ਨੇ ਤਖਤਾ ਹੀ ਬੋਲ ਦੇਣਾ ਸੀ, ਉਹਨਾਂ ਨੇ ਫੋਰਸਫੁਲੀ ਆਕੂਪਾਈ ਕਰ ਲੈਣਾ ਸੀ, ਉੱਥੇ ਦੀ ਪੁਲਿਸ ਫੋਰਸ ਲੋਕਾਂ ਨਾਲ ਮਿਲ ਜਾਣਾ ਸੀ। ਬੜੇ ਛੋਟੇ ਮੁਲਕਾਂ 'ਚ ਇਹੋ ਜਿਹੇ ਹਾਲਾਤ ਹੋ ਜਾਂਦੇ ਆ। ਸੋ ਇਸ ਨੂੰ ਐਪਰੀਸ਼ੀਏਟ ਕਰਨ ਦੀ ਬਜਾਏ ਕਿ ਇੱਕ ਐਗਜ਼ਾਮਪਲਰੀ ਟ੍ਰੈਡੀਸ਼ਨ ਹੈ ਇਸ ਮੁਲਕ ਦਾ ਕਿ ਤੁਸੀਂ ਇੰਨੀ ਸਟਰੈਂਥ ਵਿੱਚ ਹੋਣ ਦੇ ਬਾਵਜੂਦ ਵੀ ਤੁਸੀਂ ਸ਼ਾਂਤ ਪੂਰਵਕ ਅਪੀਲ ਕਰ ਰਹੇ ਹੋ ਸਰਕਾਰ ਨੂੰ, ਔਰ ਸਰਕਾਰ ਤੁਹਾਨੂੰ ਪ੍ਰੋਵੋਕ ਕਰ ਰਹੀ ਹੈ। ਸਰਕਾਰ ਕ੍ਰਿਮੀਨਲ ਟੈਕਟਿਕਸ ਵਰਤ ਰਹੀ ਹੈ। ਲੋਕ ਹਲੇ ਵੀ ਸ਼ਾਂਤੀ ਨਾਲ ਆਪਣੀ ਸਮਝ ਨਾਲ ਸਿੰਪਲੀ ਡਾਇਲੌਗ ਹੀ ਕਰਨਾ ਚਾਹੁੰਦੇ ਨੇ, ਦੱਸਣਾ ਚਾਹੁੰਦੇ ਨੇ ਕਿ ਤੁਹਾਡੇ ਕਾਨੂੰਨ ਸਾਡੇ ਹੱਕ ਵਿੱਚ ਨਹੀਂ ਹੈ। ਬਿਲਕੁਲ। ਇੱਕ ਬੈਂਸ ਸਾਹਿਬ, ਤੁਸੀਂ ਕਹਿ ਰਹੇ ਸੀ ਕਿ 1972 ਦੇ ਵਿੱਚ ਫੈਸਲਾ ਆਇਆ ਸੀਗਾ, ਥੋੜਾ ਉਹਦੇ ਬਾਰੇ ਦੱਸੋਗੇ ਕਿ ਕੀ ਫੈਸਲਾ ਸੀਗਾ ਧਰਨੇ ਪ੍ਰਦਰਸ਼ਨਾਂ ਨੂੰ ਲੈ ਕੇ? ਉਸ ਵੇਲੇ ਵੀ ਬੰਬੇ ਪੁਲਿਸ ਕਮਿਸ਼ਨਰ ਨੇ ਰੂਲਸ ਬਣਾਏ ਸੀ ਕਿ ਕਿਹਨਾਂ ਹਾਲਾਤਾਂ ਵਿੱਚ ਤੁਸੀਂ ਜੇ ਕੋਈ ਪ੍ਰੋਟੈਸਟ ਕਰਨੀ ਹੈ ਸੜਕ ਤੇ ਜਾਂ ਪਬਲਿਕ ਪਲੇਸ ਤੇ ਤਾਂ ਤੁਸੀਂ ਨਾ ਸਾਡੀ ਪਰਮਿਸ਼ਨ ਲਓ। ਉਸ ਫੈਸਲੇ ਨੂੰ ਚੈਲੰਜ ਕੀਤਾ ਗਿਆ ਸੀ। ਹਾਈ ਕੋਰਟ ਨੇ ਕਹਿ ਦਿੱਤਾ ਸੀ ਕਿ ਇਹਨਾਂ ਕੋਲ ਪਾਵਰ ਹੈ, ਚਾਹੇ ਉਹ ਪਰਮਿਸ਼ਨ ਦੇਣ ਚਾਹੇ ਨਾ ਦੇਣ, ਤੁਸੀਂ ਕੁਝ ਨਹੀਂ ਕਰ ਸਕਦੇ, ਤੁਹਾਨੂੰ ਪ੍ਰੋਟੈਸਟ ਕਰਨ ਤੋਂ ਪਹਿਲਾਂ ਪ੍ਰਾਇਰ ਪਰਮਿਸ਼ਨ ਲੈਣੀ ਪੈਂਦੀ ਹੈ। ਉਹ ਫੈਸਲਾ ਹਾਈ ਕੋਰਟ ਵਿੱਚ ਸੁਪਰੀਮ ਕੋਰਟ ਵਿੱਚ ਚੈਲੰਜ ਹੋਇਆ। ਸੁਪਰੀਮ ਕੋਰਟ ਦੇ 5 ਜੱਜਾਂ ਨੇ ਸੁਣਿਆ। 3 ਜੱਜਾਂ ਨੇ ਅਲੱਗ-ਅਲੱਗ ਕਾਰਨਾਂ ਕਰਕੇ ਅਲੱਗ-ਅਲੱਗ ਰੀਜ਼ਨ ਦੇ ਕੇ, ਪਰ 5 ਜੱਜਾਂ ਨੇ ਮੰਨਿਆ ਕਿ ਜਿਹੜਾ ਹਾਈ ਕੋਰਟ ਦਾ ਫੈਸਲਾ ਹੈ ਇਹ ਕਹਿਣਾ ਕਿ ਪੁਲਿਸ ਕੋਲ ਹੱਕ ਹੈ ਕਿ ਚਾਹੇ ਪਰਮਿਸ਼ਨ ਦਵੇ ਚਾਹੇ ਨਾ ਦਵੇ, ਪ੍ਰੋਟੈਸਟ ਦੀ ਜਾਂ ਡਿਮੋਨਸਟ੍ਰੇਸ਼ਨ ਦੀ ਜਾਂ ਪ੍ਰੋਸੈਸ਼ਨ ਦੀ, ਇਹ ਰੂਲ ਹੀ ਗਲਤ ਹੈ। ਤਾਂ ਉਹਨਾਂ ਨੇ ਉਸ ਰੂਲ ਨੂੰ ਅਨਕਨਸਟੀਟਿਊਸ਼ਨਲ ਡਿਕਲੇਅਰ ਕੀਤਾ ਸੀ। ਤੇ 1972 ਤੱਕ ਕਿਸੇ ਵੀ ਸਰਕਾਰ ਨੇ ਇੰਨੀ ਜ਼ੋਰ ਜ਼ਬਰਦਸਤੀ ਨਾਲ ਕੋਈ ਵੀ ਪ੍ਰੋਟੈਸਟ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿੰਨਾ ਕਿ ਇਸ ਸਰਕਾਰ ਨੇ ਪਿਛਲੇ 6 ਸਾਲਾਂ ਤੋਂ ਜਾਂ 4 ਸਾਲਾਂ ਤੋਂ ਜਾਂ 2 ਸਾਲਾਂ ਤੋਂ, ਜਦੋਂ ਕਿ ਹੁਣ ਪ੍ਰੋਟੈਸਟ ਦਾ ਦੌਰ ਵੱਧ ਰਿਹਾ ਹੈ, ਜਿੰਨੀ ਸਰਕਾਰ ਗਲਤ ਕਾਨੂੰਨ ਬਣਾਉਂਦੀ ਹੈ ਉਨੀ ਲੋਕੀ ਪ੍ਰੋਟੈਸਟ ਕਰਦੇ ਨੇ। ਤੇ ਉਹ ਜਿਸ ਬ੍ਰੂਟੈਲਿਟੀ ਨਾਲ ਉਹ ਹੁਣ ਕੋਸ਼ਿਸ਼ ਕਰਦੇ ਨੇ, ਸਰਟਨਲੀ 72 ਤੋਂ ਹਾਲੇ ਤੱਕ ਕਦੀ ਵੀ ਕਿਸੇ ਸਰਕਾਰ ਨੇ ਇਸ ਤਰ੍ਹਾਂ ਕੋਸ਼ਿਸ਼ ਨਹੀਂ ਸੀ ਕੀਤੀ ਪ੍ਰੋਟੈਸਟ ਨੂੰ ਖਤਮ ਕਰਨ ਲਈ ਜਿਸ ਤਰ੍ਹਾਂ ਹੁਣ ਕੀਤੀ ਜਾ ਰਹੀ ਹੈ। ਇਸ ਕਰਕੇ ਲੋਕਾਂ ਨੂੰ ਪੁਰਾਣਾ ਫੈਸਲਾ ਯਾਦ ਆ ਰਿਹਾ ਕਿ ਉਹ ਫੈਸਲਾ ਤਾਂ ਹਾਲੇ ਵੀ ਕਾਨੂੰਨ ਹੈ। ਇਹ ਸੁਪਰੀਮ ਕੋਰਟ ਦੇ 3 ਜੱਜਾਂ ਦਾ ਕਹਿਣਾ ਉਹਦੇ ਖਿਲਾਫ ਹੀ ਜਾਂਦਾ ਹੈ ਤੇ ਅਲਟੀਮੇਟਲੀ ਜਿਹੜਾ ਕਾਨੂੰਨ ਤਾਂ ਉਹੀ ਰਹੇਗਾ ਜਿਹੜੇ 5 ਜੱਜਾਂ ਨੇ ਕਿਹਾ, ਅਨਲੈਸ 7 ਜਣੇ ਬੈਠ ਕੇ ਉਸ ਫੈਸਲੇ ਨੂੰ ਬਦਲਣ। ਪਰ ਹਰ ਫੈਸਲੇ ਦੀ ਇੰਟਰਪ੍ਰੀਟੇਸ਼ਨ ਤੁਸੀਂ ਬੜੀ ਚਲਾਕੀ ਨਾਲ, ਤੁਸੀਂ ਅਲੱਗ ਢੰਗ ਨਾਲ ਕਰ ਸਕਦੇ ਹੋ। ਤਾਂ ਉਹੀ 3 ਜੱਜਾਂ ਨੇ ਲਿਖਿਆ, ਉਹਨਾਂ ਨੇ ਕੋਈ ਡਿਟੇਲ ਰੀਜ਼ਨਿੰਗ ਨਹੀਂ ਦਿੱਤੀ। ਸ਼ਹੀਨ ਬਾਗ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਚਲੋ ਸ਼ੁਕਰ ਹੈ ਰੱਬ ਦੇ ਕਾਰਨ, ਬਿਮਾਰੀ ਦੇ ਕਾਰਨ ਇਹ ਪ੍ਰੋਟੈਸਟ ਖਤਮ ਹੋ ਗਈ। ਉਹਨਾਂ ਨੇ ਰੈਫਰੈਂਸ ਦਿੱਤੀ ਕਿ ਪੁਲਿਸ ਨੇ ਐਕਸ਼ਨ ਲਿਆ, ਜ਼ਬਰਦਸਤੀ ਲੋਕਾਂ ਨੂੰ ਚੁੱਕਿਆ। ਉਹਨਾਂ ਨੇ ਇਸ ਰਿਵਿਊ ਵਿੱਚ ਵੀ ਕੁਝ ਰੈਫਰੈਂਸ ਨਹੀਂ ਲਿਆ ਕਿ ਕਿਵੇਂ ਜਿਹੜੇ ਲੰਗਰ ਚਲਾਉਂਦੇ ਸੀ ਉਹਨਾਂ ਦੇ ਝੂਠੇ ਕੇਸ ਪਏ। ਉਹਨਾਂ ਨੇ ਸਾਰੀ ਗੱਲਾਂ ਚੁੱਪ ਰਹੇ। ਔਰ ਕੋਰਟ ਦਾ ਚੁੱਪ ਰਹਿਣਾ ਇਹਨਾਂ ਹਾਲਾਤਾਂ ਵਿੱਚ, ਜਦੋਂ ਕਿ ਵਾਕਈ ਫੰਡਾਮੈਂਟਲ ਰਾਈਟਸ ਦਾ ਕੁਐਸਚਨ ਹੈ ਔਰ ਲੋਕਾਂ ਦੇ ਰਾਈਟਸ ਦਾ ਕੁਐਸਚਨ ਹੈ, ਔਰ ਸਰਕਾਰ ਦੇ ਖਿਲਾਫ ਸਰਕਾਰ ਦੀ ਜਿਹੜਾ ਅੰਕੁਸ਼ ਲਾਉਣ ਲਈ ਤਾਂ ਸੁਪਰੀਮ ਕੋਰਟ ਹੁੰਦੇ ਨੇ। ਇਹ ਜਿਹੜੀ ਰਾਈਟਸ ਹੈ ਇਹ ਸਰਕਾਰ ਤੇ ਅੰਕੁਸ਼ ਲਾਉਣ ਲਈ ਹੁੰਦੇ ਨੇ। ਸਾਰੇ ਜਿਹੜੇ ਸੁਪਰੀਮ ਕੋਰਟ ਜਾਂ ਕੋਰਟਸ ਉਹਨਾਂ ਨੂੰ ਪਾਵਰਾਂ ਕਿਉਂ ਇੰਨੀ ਦਿੱਤੀਆਂ ਹੁੰਦੀਆਂ ਕਿ ਸਰਕਾਰ ਆਪਣਾ ਦਾਇਰਾ ਨਾ ਵਧਾਏ, ਆਪਣੇ ਦਾਇਰੇ ਤੋਂ ਅੱਗੇ ਨਾ ਜਾਏ, ਜਿੰਨਾ ਕਿ ਉਹਨਾਂ ਨੂੰ ਕੰਮ ਦਿੱਤਾ ਹੈ ਓਨਾ ਹੀ ਕਰੇ ਔਰ ਲੋਕਾਂ ਦੇ ਹੱਕ ਵਿੱਚ ਕਰੇ। ਸੋ ਇਹਨਾਂ ਹਾਲਾਤਾਂ ਵਿੱਚ ਸੁਪਰੀਮ ਕੋਰਟ ਨੇ ਆਪਣੀ ਡਿਊਟੀ ਲੋਕਾਂ ਨੂੰ ਵੀ ਆਪਣੇ ਖਿਲਾਫ ਹੀ ਸਮਝਦਾ, ਜਿੱਦਾਂ ਸਰਕਾਰ ਲੋਕਾਂ ਨੂੰ ਆਪਣੇ ਖਿਲਾਫ ਸਮਝਦੇ ਆ। ਲੱਗਦਾ ਕਿ ਕੋਰਟ ਦੀ ਪਰਸੈਪਸ਼ਨ ਵੀ ਇਹੀ ਹੈ ਕਿ ਲੋਕ ਅਨਨੈਸੈਸਰੀਲੀ ਪ੍ਰੋਟੈਸਟ ਕਰ ਰਹੇ ਨੇ ਤੇ ਸਾਨੂੰ ਤੰਗ ਕਰ ਰਹੇ ਨੇ। ਉਹ ਇਹ ਤਾਂ ਕਹਿੰਦੇ ਨੇ ਕਿ ਸਾਨੂੰ ਤੰਗ ਕਰ ਰਹੇ, ਉਹ ਕਹਿੰਦੇ ਕਿ ਜਨਰਲ ਪਬਲਿਕ ਨੂੰ ਤੰਗ ਕਰ ਰਹੇ। ਹਾਲਾਂਕਿ ਜਨਰਲ ਪਬਲਿਕ ਤਾਂ ਕਿਸਾਨ ਹੈ। ਜੇ 50% ਲੋਕ ਕਿਸਾਨ ਹੈ ਔਰ ਉਹੀ ਪ੍ਰੋਟੈਸਟ ਕਰ ਰਹੇ ਨੇ ਤਾਂ ਤੁਸੀਂ ਜਨਰਲ ਪਬਲਿਕ ਕਿਹਨੂੰ ਕਹਿੰਦੇ ਨੇ? ਤੁਸੀਂ ਜਨਰਲ ਪਬਲਿਕ, ਔਰ ਜਨਰਲ ਪਬਲਿਕ ਦਾ ਕੋਈ ਪ੍ਰੋਟੈਸਟ ਨਹੀਂ ਕੀਤਾ। ਜਨਰਲ ਪਬਲਿਕ ਸਾਰੇ ਕਿਸਾਨਾਂ ਨੂੰ ਮਦਦ ਕਰ ਰਹੀ ਹੈ, ਉਹਨਾਂ ਦੀ ਰੋਟੀਆਂ ਲੈ ਕੇ ਜਾ ਰਹੀ ਹੈ, ਲੰਗਰ ਲੈ ਕੇ ਜਾ ਰਹੀ ਹੈ, ਦੁੱਧ ਲੈ ਕੇ ਜਾ ਰਹੀ ਹੈ। ਸਿਰਫ ਸੁਪਰੀਮ ਕੋਰਟ ਤੇ ਸਰਕਾਰ ਕਹਿ ਰਿਹਾ ਕਿ ਜਨਰਲ ਪਬਲਿਕ ਤੰਗ ਹੋ ਰਹੀ। ਬਿਲਕੁਲ ਬਿਲਕੁਲ। ਅੱਛਾ ਬੈਂਸ ਸਾਹਿਬ, ਇੱਕ ਹੋਰ ਦੱਸਿਓ ਕਿ ਬੋਲਣ ਦੀ ਆਜ਼ਾਦੀ ਭਾਰਤ ਮੁਲਕ ਦੇ ਵਿੱਚ ਕਿਸ ਤਰ੍ਹਾਂ ਆ, ਉਹਦੀ ਪਰਿਭਾਸ਼ਾ ਕਿੱਦਾਂ ਕੀਤੀ ਜਾਵੇ ਕਿ ਕੋਈ ਕਿਸ ਤਰ੍ਹਾਂ ਜਿਹੜਾ ਆਪਣੇ ਵਿਚਾਰ ਨੂੰ, ਆਪਣੇ ਵਿਰੋਧ ਨੂੰ ਦਰਜ ਕਰਵਾ ਸਕਦਾ ਹੈ ਜਦੋਂ ਕੋਈ ਬੋਲਦਾ ਹੈ। ਆਪਾਂ ਦਿਸ਼ਾ ਰਵੀ ਦੀ ਐਗਜ਼ਾਮਪਲ ਜਿਹੜੀ ਸਭ ਤੋਂ ਵੱਡੀ ਆ, ਨੌਦੀਪ ਕੌਰ ਦੀ ਐਗਜ਼ਾਮਪਲ ਹੈ, ਜਿਹਨੂੰ ਜੇਲ੍ਹ ਵਿੱਚੋਂ ਛੁਡਾਉਣ ਦੇ ਲਈ ਲਗਾਤਾਰ ਮੁਹਿੰਮਾਂ ਚੱਲ ਰਹੀਆਂ ਨੇ।
ਅਮਰੀਕਾ ਤੱਕ ਇਸ ਦੀ ਜਿਹੜੀ ਉਹ ਚਰਚਾ ਹੋ ਰਹੀ ਹੈ। ਦੂਜੀ ਗੱਲ ਮੈਂ ਇਹਦੇ ਨਾਲ ਇਹ ਕਹਾਂ ਕਿ ਦਿਸ਼ਾ ਰਵੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਿਤੇ ਨਾ ਕਿਤੇ ਇਸ ਮੁੱਦੇ ਨੂੰ ਨੈਸ਼ਨਲ ਲੈਵਲ ਦੇ ਉੱਤੇ, ਇੰਟਰਨੈਸ਼ਨਲ ਲੈਵਲ ਉੱਤੇ ਉਭਾਰਨ ਦੀ ਕੋਸ਼ਿਸ਼ ਆ। ਤੇ ਕਿਉਂਕਿ ਜਿਹੜੀ ਬਾਹਰੋਂ ਟਿੱਪਣੀਆਂ ਹੋਈਆਂ, ਟਵੀਟ ਹੋਏ ਅਮਰੀਕਾ ਤੋਂ, ਰਿਹਾਨਾ ਨੇ ਵਗੈਰਾ ਕੀਤੇ, ਇਹੋ ਜਿਹੇ ਟਵੀਟਾਂ ਨੂੰ ਦੂਜੀ ਦਿਸ਼ਾ ਦੇ ਵਿੱਚ ਘੁਮਾਉਣ ਦੇ ਲਈ ਕਿ ਦੇਖੋ ਮੁਲਕ ਦੇ ਵਿੱਚ ਚੱਲ ਕੀ ਰਿਹਾ ਸੀ, ਖਾਲਿਸਤਾਨੀ ਕਨੈਕਸ਼ਨ, ਗ੍ਰੇਟਾ ਥਨਬਰਗ ਤੱਕ ਬੋਲਣ ਦੀ ਆਜ਼ਾਦੀ ਕਿੱਥੇ ਹੈ ਫਿਰ? ਤੁਸੀਂ ਐਕਚੁਅਲੀ ਜਦੋਂ ਤੁਸੀਂ ਕੋਈ ਤਿਆਰੀ ਕਰਦੇ ਹੋ ਵੱਡੇ ਕਤਲੇਆਮ ਕਰਨ ਦੀ, ਜਿਹਨੂੰ ਆਪਾਂ ਜੈਨੋਸਾਈਡ ਕਹਿੰਦੇ ਆ, ਕਿਉਂਕਿ ਇਹ ਸਰਕਾਰ ਦੀ ਸੋਚ ਜੈਨੋਸਾਈਡਲ ਹੈ। ਤੁਸੀਂ ਇੱਕ ਵੱਡੀ ਕਮਿਊਨਿਟੀ ਨੂੰ ਪਹਿਲਾਂ ਸਟਿਗਮੇਟਾਈਜ਼ ਕਰਦੇ ਹੋ, ਫਿਰ ਉਹਨਾਂ ਨੂੰ ਦੁਸ਼ਮਣ ਆਖਦੇ ਹੋ, ਫਿਰ ਜਿਹੜਾ ਵੀ ਉਹਨਾਂ ਦੇ ਹੱਕ ਵਿੱਚ ਬੋਲਦਾ ਉਹਨੂੰ ਵੀ ਦੁਸ਼ਮਣ ਕਹਿਣ ਲੱਗ ਪੈਂਦੇ ਹੋ, ਦੇਸ਼ ਦੇ ਆਪਣੇ ਆਪ ਨੂੰ ਦੇਸ਼ ਹੀ ਸਮਝ ਲੱਗ ਪੈਂਦੇ ਹੋ। ਫਿਰ ਤੁਸੀਂ ਇਹ ਤਿਆਰੀ ਹੁੰਦੀ, ਫਿਰ ਤੁਸੀਂ ਝੂਠੇ ਕੇਸ ਪਾਉਣਾ ਸ਼ੁਰੂ ਕਰ ਦਿੰਦੇ ਹੋ। ਇਹ ਤਿਆਰੀ ਹੁੰਦੀ ਹੈ ਐਕਚੁਅਲੀ ਜੈਨੋਸਾਈਡ ਤੋਂ ਪਹਿਲਾਂ ਦੀ। ਜੋ ਤੁਸੀਂ ਕੋਈ ਵੱਡੀ ਕਮਿਊਨਿਟੀ ਨੂੰ ਜੇ ਕੋਈ ਵੱਡਾ ਬੁਰਾ ਕੰਮ ਜਾਂ ਵੱਡਾ ਕਤਲੇਆਮ ਕਰਨਾ ਹੋਵੇ ਤਾਂ ਤੁਸੀਂ ਹੌਲੀ ਹੌਲੀ ਇਸ ਚੀਜ਼ ਦੀ ਤਿਆਰੀ ਕਰ ਰਹੇ ਹੋ। ਸਾਡੇ ਸਰਕਾਰ ਦੀ, ਔਰ ਇਹ ਮੈਂ ਨਹੀਂ ਕਹਿ ਰਿਹਾ, ਇਹ ਸਭ ਤੋਂ ਵੱਡਾ ਜੈਨੋਸਾਈਡ ਦਾ ਐਕਸਪਰਟ ਦੁਨੀਆ ਵਿੱਚ, ਜਿਹਨੇ ਕਿ ਕੁਝ ਮਹੀਨੇ ਪਹਿਲੇ US ਸੈਨੇਟ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਐਜ਼ ਐਨ ਐਕਸਪਰਟ, ਜਿਹੜਾ ਕਿ UN ਵਿੱਚ ਜੈਨੋਸਾਈਡ ਐਕਸਪਰਟ, ਉਹਨਾਂ ਨੇ ਵੀ ਕਿਹਾ ਕਿ ਹਿੰਦੁਸਤਾਨ ਵਿੱਚ ਡੈਫੀਨਿਟਲੀ ਤਿਆਰੀ ਹੋ ਰਹੀ ਹੈ ਇੱਕ ਵੱਡੇ ਨਸਲਖੁਸ਼ੀ ਦੀ ਜਾਂ ਵੱਡੇ ਨਰਸੰਹਾਰ ਦੀ, ਜਾਂ ਤੁਸੀਂ ਇਹਨੂੰ ਜੈਨੋਸਾਈਡ ਜਾਂ ਕਤਲੇਆਮ ਵੀ ਕਹਿ ਸਕਦੇ ਹੋ। ਉਹ ਆਪਾਂ ਨੂੰ ਦਿਖ ਰਿਹਾ ਹੈ ਇਹ ਤਿਆਰੀ। ਸਾਰੇ ਸਮਾਜ ਨੂੰ ਦੋ ਹਿੱਸਿਆਂ ਵਿੱਚ ਵੰਡ ਲੈਣਾ, ਇੱਕ ਨੂੰ ਨੈਸ਼ਨਲ ਕਹਿ ਦੇਣਾ, ਰਾਸ਼ਟਰਵਾਦੀ ਕਹਿ ਦੇਣਾ, ਦੂਸਰੇ ਨੂੰ ਰਾਸ਼ਟਰ ਦੇ ਖਿਲਾਫ ਕਹਿ ਦੇਣਾ। ਔਰ ਜਿੱਥੇ ਹੋਮ ਮਿਨਿਸਟਰ ਤੱਕ ਇਹ ਕਹਿ ਰਹੇ ਨੇ ਕਿ ਜੇ ਵਿਚਾਰ ਦੇ ਕਾਰਨ ਹੀ ਤੁਹਾਡਾ ਸਮੂਲ ਨਾਸ਼ ਕਰਤਾ ਜਾਵੇ, ਕਿਉਂਕਿ ਤੁਹਾਡੇ ਵਿਚਾਰ ਐਸੇ ਹੈ। ਵਿਚਾਰਾਂ ਦੀ ਆਜ਼ਾਦੀ ਸਭ ਤੋਂ ਪਹਿਲੀ ਆਜ਼ਾਦੀ ਹੁੰਦੀ ਹੈ ਕੋਈ ਵੀ ਦੇਸ਼ ਲਈ। ਜਦੋਂ ਤੁਸੀਂ ਆਪਣੇ ਆਪ ਨੂੰ ਆਜ਼ਾਦ ਮੁਲਕ ਕਹਿੰਦੇ ਹੋ ਕਿ ਘੱਟੋ ਘੱਟ ਜੋ ਮਰਜ਼ੀ ਵਿਚਾਰ ਰੱਖ ਸਕਦੇ ਹੋ। ਤੁਸੀਂ ਇਹ ਵੀ ਵਿਚਾਰ ਰੱਖ ਸਕਦੇ ਹੋ ਕਿ ਮੈਂ ਕਿਸੇ ਦਾ ਮਰਡਰ ਕਰਨਾ। ਵਿਚਾਰ ਰੱਖਣਾ, ਕਤਲ ਕਰਨ ਦਾ ਵੀ ਕੋਈ ਅਪਰਾਧ ਨਹੀਂ ਹੈ। ਜੋ ਮਰਜ਼ੀ ਵਿਚਾਰ ਰੱਖ ਲਓ। ਤੁਸੀਂ ਕਹਿ ਸਕਦੇ ਹੋ ਕਿ ਮੈਂ ਸਾਰਿਆਂ ਨੂੰ ਬਲਾਤਕਾਰ ਦਾ ਵੀ ਵਿਚਾਰ ਰੱਖ ਲਓ ਤਾਂ ਉਹ ਕ੍ਰਾਈਮ ਨਹੀਂ ਬਣਦਾ। ਕ੍ਰਾਈਮ ਉਦੋਂ ਬਣਦਾ ਜਦੋਂ ਤੁਸੀਂ ਪਹਿਲਾ ਸਟੈਪ ਚੁੱਕਦੇ ਹੋ ਕੋਈ ਵੀ ਕ੍ਰਾਈਮ ਕਰਨ ਲਈ। ਸੋ ਇਸ ਲੈਵਲ ਦਾ ਜੇ ਸਾਡਾ ਸਟੇਟ ਹੋਮ ਮਿਨਿਸਟਰ ਕਹੇ ਕਿ ਵਿਚਾਰ ਰੱਖਣਾ ਹੀ ਕ੍ਰਾਈਮ ਹੈ, ਤਾਂ ਜਾਂ ਤਾਂ ਉਹ ਇਸ ਲੈਵਲ ਤੇ ਪਹੁੰਚ ਗਏ ਕਿ ਉਹਨਾਂ ਨੂੰ ਲੱਗਦਾ ਕਿ ਹੁਣ ਅਸੀਂ ਬਿਲਕੁਲ ਤਿਆਰੀ ਕਰ ਲਈ ਹੈ, ਹੁਣ ਅਸੀਂ ਫਿਜ਼ੀਕਲੀ ਲੋਕਾਂ ਨੂੰ ਮਾਰਨਾ ਸ਼ੁਰੂ ਕਰ ਦੇਂਗੇ, ਸਾਨੂੰ ਕੋਈ ਰੋਕ ਨਹੀਂ ਸਕਦਾ। ਜਾਂ ਉਹ ਬਿਲਕੁਲ ਕਹਿ ਸਕਦੇ ਹੋ ਕਿ ਉਹਨਾਂ ਨੂੰ ਨਾ ਕਾਨੂੰਨ ਦਾ ਪਤਾ ਹੈ, ਨਾ ਉਹਨਾਂ ਨੂੰ ਇਨਸਾਫ ਦਾ ਪਤਾ ਹੈ, ਨਾ ਉਹਨਾਂ ਨੂੰ ਸੰਵਿਧਾਨ ਦਾ ਪਤਾ ਹੈ। ਤੇ ਜੇ ਸਭ ਕੁਝ ਜਾਣਦੇ ਨੇ ਫਿਰ ਉਹ ਵਾਕਿਆ ਤਿਆਰੀ ਕਰ ਰਹੇ ਨੇ, ਕਿਉਂਕਿ ਉਹ ਇਦਾਂ ਦੀ ਸੰਸਥਾ ਬਣਾਉਂਦੇ ਨੇ ਜਿਹੜਾ ਦਾ ਦਿਮਾਗ ਬੰਦ ਹੋ ਜਾਏ, ਜਿਹਨਾਂ ਦੇ ਦਿਲਾਂ ਵਿੱਚ ਨਾ ਸਾਰੇ ਪਿਆਰ ਮੁਹੱਬਤ ਖਤਮ ਹੋ ਜਾਣ, ਦੂਜੀ ਕਮਿਊਨਿਟੀ ਨੂੰ ਐਕਚੁਅਲੀ ਜਾਨਵਰ ਤੋਂ ਥੱਲੇ ਸਥਲ ਤੇ ਸਮਝਣ ਲੱਗ ਪੈਣ, ਤਾਂ ਕਿ ਜਦੋਂ ਫਿਰ ਤੁਹਾਨੂੰ ਮੌਕਾ ਆਉਂਦਾ ਮਾਰਨ ਦਾ, ਤੁਹਾਨੂੰ ਬਿਲਕੁਲ ਵੀ ਤਰਸ ਨਾ ਆਵੇ। ਇਹ ਹਾਲਾਤ ਆਪਾਂ 84 ਵਿੱਚ ਦੇਖਿਆ, ਇਹ ਹਾਲਾਤ ਆਪਾਂ 2002 ਵਿੱਚ ਦੇਖਿਆ। ਇਹ ਹਾਲਾਤ ਤੁਸੀਂ ਅੱਗੇ ਥੋੜੇ ਲੈਵਲ ਤੇ ਥੋੜੇ ਪਿੰਡਾਂ ਵਿੱਚ ਪੈਦਾ ਕਰ ਸਕਦੇ ਸੀ, ਹੁਣ ਉਹ ਦੇਸ਼ ਵਿਆਪੀ ਤਿਆਰੀ ਕਰ ਰਹੇ ਨੇ। ਤਾਂ ਇਸ ਕਰਕੇ ਹੀ ਜ਼ਿਆਦਾ ਜ਼ਰੂਰੀ ਹੈ, ਔਰ ਇਸੇ ਕਰਕੇ ਜ਼ਿਆਦਾ ਦੁੱਖ ਹੁੰਦਾ ਕਿ ਸੁਪਰੀਮ ਕੋਰਟ ਵਰਗੇ ਇੰਸਟੀਟਿਊਸ਼ਨ ਵੀ ਜਿੱਤੇ ਐਡੀ ਵੱਡੀ ਜ਼ਿੰਮੇਵਾਰੀ ਸੀ ਲੋਕਾਂ ਦੇ ਹੱਕਾਂ ਦੇ ਬਚਾਉਣ ਲਈ, ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ, ਉਹਦੇ ਵਿੱਚ ਵੀ ਜੋ ਸ਼ਬਦ ਨਿਕਲੇ ਉਹਨਾਂ ਨੂੰ, ਕਿਉਂਕਿ ਉਹ ਲੰਬੀ ਜਜਮੈਂਟ ਦਿੰਦੇ ਤਾਂ ਉਹਨਾਂ ਨੂੰ ਬੜਾ ਕੁਝ ਬੋਲਣਾ ਪੈਣਾ ਸੀ, ਲਿਖਣਾ ਪੈਣਾ ਸੀ, ਸੁਣਨਾ ਪੈਣਾ ਸੀ। ਇਸ ਕਰਕੇ ਉਹਨਾਂ ਨੇ 4-5 ਲਾਈਨਾਂ ਲਿਖ ਕੇ, ਬਟ ਉਹਦੇ ਵਿੱਚ ਵੀ ਬਹੁਤ ਵੱਡਾ ਨੈਗੇਟਿਵ 2-4 ਲਾਈਨਾਂ ਪਾ ਗਏ ਕਿ ਇਹ ਕੋਈ ਹੱਕ ਨਹੀਂ ਹੈ, ਇਹ ਕੋਈ ਹੱਕ ਨਹੀਂ ਹੈ। ਤੁਸੀਂ ਇਹ ਨਹੀਂ ਸੋਚ ਸਕਦੇ ਕਿ ਜਦੋਂ ਸਾਰਾ ਮੁਲਕ ਹੀ ਕਿਸੇ ਸਰਕਾਰ ਦੇ ਖਿਲਾਫ ਹੋਵੇ ਤਾਂ ਸਰਕਾਰ ਨੇ ਜਾਣਾ ਹੁੰਦਾ, ਨਾ ਕਿ ਪ੍ਰੋਟੈਸਟਰ ਨੇ ਵਾਪਸ ਜਾਣਾ ਹੁੰਦਾ। ਇਹ ਪੁਰਾਣਾ ਇਤਿਹਾਸ ਹੈ ਕਿ ਲੋਕਾਂ ਨੇ ਇਕੱਠੇ ਹੋ ਕੇ ਸਰਕਾਰਾਂ ਬਦਲ ਦਿੱਤੀਆਂ। ਇੰਨੀਆਂ ਕਹਾਣੀਆਂ, ਇੰਨੀਆਂ ਹਿਸਟੋਰੀਕਲ ਫੈਕਟਸ ਹੈ ਜਿੱਥੇ ਅਚਾਨਕ ਲੱਖਾਂ ਲੋਕ, ਸਾਰੀ ਪੋਪੂਲੇਸ਼ਨ ਉੱਠ ਕੇ ਆ ਜਾਂਦੀ ਤਾਂ ਸਰਕਾਰ ਰਾਜਾ ਭੱਜ ਜਾਂਦਾ ਡਰ ਕੇ। ਤਾਂ ਜਦੋਂ ਵਾਕਿਆ ਹੀ ਇਹ ਹਾਲਾਤ ਆ ਜਾਣ ਤਾਂ ਇਹ ਰਾਈਟ ਦਿੱਤਾ ਹੀ ਇਸ ਲਈ ਹੈ। ਰਾਈਟ ਟੂ ਪ੍ਰੋਟੈਸਟ ਦਾ ਹੋਰ ਕੋਈ ਮਤਲਬ ਨਹੀਂ ਹੈ। ਰਾਈਟ ਟੂ ਪ੍ਰੋਟੈਸਟ ਨਾਲ ਰੋਟੀ ਤਾਂ ਮਿਲਣੀ ਨਹੀਂ, ਰਾਈਟ ਟੂ ਪ੍ਰੋਟੈਸਟ ਨਾਲ ਕੋਈ ਖੇਤੀ ਨਹੀਂ ਲੱਗ ਜਾਣੀ, ਰਾਈਟ ਟੂ ਪ੍ਰੋਟੈਸਟ ਨਾਲ ਕੋਈ ਕਾਰਾਂ ਨਹੀਂ ਬਣ ਜਾਣੀ ਹੈ, ਕੋਈ ਇਕਨੋਮਿਕ ਪ੍ਰੋਸਪੈਰਿਟੀ ਨਹੀਂ ਆ ਜਾਣੀ। ਮਗਰ ਸਰਟਨਲੀ ਰਾਈਟ ਟੂ ਪ੍ਰੋਟੈਸਟ ਡਿਸਟਰਬ ਕਰਦਾ ਹੈ, ਪਰੇਸ਼ਾਨ ਕਰਦਾ ਹੈ ਹਾਕਮ ਨੂੰ। ਉਹਦੀ ਸਾਰੀ ਜਿਹੜੀ ਹੁੰਦੀ ਹੈ, ਜਿਹੜਾ ਉਹਦਾ ਬਬਲ ਹੁੰਦਾ ਕਿ ਮੈਂ ਹੀ ਦੇਸ਼ ਹੈ, ਮੈਂ ਹੀ ਹਿੰਦੁਸਤਾਨ ਹੈ, ਉਹ ਟੁੱਟ ਜਾਂਦਾ ਹੈ। ਤਾਂ ਲੋਕਾਂ ਨੂੰ ਇਸ ਲਈ ਪਾਵਰ ਦਿੱਤੀ ਹੋਇਆ। ਜਿੱਥੇ ਪਾਵਰ ਨਹੀਂ ਹੁੰਦੀ ਉੱਥੇ ਫਿਰ ਤੁਹਾਨੂੰ ਇਨਕਲਾਬ ਕਰਨਾ ਪੈਂਦਾ, ਉੱਥੇ ਤੁਹਾਨੂੰ ਆਰਮ ਚੁੱਕਣੇ ਪੈਂਦੇ, ਉੱਥੇ ਕਤਲੇਆਮ ਹੁੰਦਾ, ਉੱਥੇ ਬਲੱਡਸ਼ੈਡ ਹੁੰਦਾ ਲੋਕਾਂ ਔਰ ਫੌਜ ਦੇ ਵਿੱਚ। ਸੋ ਇਸ ਕਰਕੇ ਇਹ ਡੈਮੋਕ੍ਰੇਸੀ ਵਿੱਚ ਇਸੇ ਲਈ ਸੇਫਟੀ ਵਾਲ ਦਿੱਤਾ ਹੈ ਕਿ ਲੋਕੀ ਜੇ ਆ ਕੇ ਇਕੱਠੇ ਹੋਣ ਤਾਂ ਉਹਨੂੰ ਉਨਾ ਹੀ ਜ਼ਰੂਰੀ ਸਮਝੋ ਜਿੱਦਾਂ ਕਿ ਲੋਕੀ ਹਥਿਆਰਾਂ ਨਾਲ ਆ ਜਾਣ। ਜੇ ਸਰਕਾਰ ਨੂੰ ਇੰਨੀ ਸੈਂਸਿਟਿਵਿਟੀ ਦਿਖਾਉਣੀ ਹੁੰਦੀ ਹੈ ਇਹਨਾਂ ਹਾਲਾਤਾਂ ਵਿੱਚ, ਜੇ ਨਹੀਂ ਦਿਖਾਉਂਦੇ ਤਾਂ ਫਿਰ ਦੇਸ਼ ਟੁੱਟਦਾ ਹੈ, ਦੇਸ਼ ਬਰਬਾਦ ਹੁੰਦਾ ਹੈ, ਸਰਕਾਰਾਂ ਤਾਂ ਆਉਂਦੇ ਜਾਂਦੇ ਰਹਿਣਗੇ।
ਬਿਲਕੁਲ। ਬੈਂਸ ਸਾਹਿਬ, ਤੁਸੀਂ ਵੱਡੇ ਕਤਲੇਆਮ ਦੀ ਗੱਲ, ਬੜਾ ਗੰਭੀਰ ਮਸਲਾ ਤੁਸੀਂ ਉਭਾਰਿਆ ਇਹਦੇ ਵਿੱਚ। ਇਸ ਨੂੰ ਫਿਰ ਰੋਕਿਆ ਕਿੱਦਾਂ ਜਾ ਸਕਦਾ ਹੈ? ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੈ ਹੁਣ, ਗ੍ਰਹਿ ਮੰਤਰੀ ਨੂੰ ਕਾਨੂੰਨ ਕੌਣ ਸਿਖਾਵੇ? ਕੌਣ ਦੱਸੇ ਉਹਨਾਂ ਨੂੰ ਕਿ ਕਾਨੂੰਨ ਕੀ ਹੁੰਦਾ ਹੈ, ਕਿਵੇਂ ਤੁਸੀਂ ਕਿਸੇ ਦੇ ਹੱਕ ਦੇ ਲਈ ਬੋਲਣਾ ਹੈ, ਜਾਂ ਕਿਵੇਂ ਤੁਸੀਂ ਜਦੋਂ ਖਿਲਾਫਤ ਕਰਦੇ ਹੋ ਤਾਂ ਉਹਦੇ ਵਿੱਚ ਕਿਹੜੇ ਸ਼ਬਦ ਹੋਣੇ ਚਾਹੀਦੇ ਨੇ? ਕਿਉਂਕਿ ਜਿਹੋ ਜਿਹੇ ਸ਼ਬਦ ਉਹਨਾਂ ਨੇ ਵਰਤੇ, ਉਹਦੇ ਨਾਲ ਕੋਈ ਨਾ ਕੋਈ ਇਹੋ ਜਿਹਾ ਫਿਰਕਾ ਵੀ ਭੜਕ ਸਕਦਾ ਤੇ ਉਹਦੇ ਨਾਲ, ਜਿਵੇਂ ਤੁਸੀਂ ਕਿਹਾ ਕਿ ਕਤਲੇਆਮ ਵਗੈਰਾ ਇਹੋ ਜਿਹਾ ਕੁਝ ਵੀ, ਜੇ ਨਸਲ ਖਤਮ ਕਰਨ ਦੀਆਂ ਗੱਲਾਂ ਕਰਦੇ ਨੇ ਤਾਂ ਨਸਲ ਖਤਮ ਕਰਨ ਦਾ ਤਾਂ ਸਿੱਧਾ ਸਿੱਧਾ ਮਤਲਬ ਇਹੀ ਬਣਦਾ। ਇੰਸਟੀਗੇਸ਼ਨ ਹੈ। ਤੁਸੀਂ ਜੇ ਕੱਲ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਇਦਾਂ ਗੱਲਾਂ ਕਰ ਲਾ, ਮੈਂ ਤਾਂ ਡਾਇਰੈਕਟ ਇੰਸਟੀਗੇਸ਼ਨ ਹੈ। ਆਮ ਬੰਦੇ ਦੀ ਇੰਸਟੀਗੇਸ਼ਨ ਦਾ ਕੋਈ ਖਾਸ ਫਰਕ ਨਹੀਂ ਪੈਂਦਾ, ਮੈਂ ਕਹਾਂ ਉਹਦਾ ਕੋਈ ਫਰਕ ਨਹੀਂ ਪਏਗਾ। ਮਗਰ ਜਿੱਥੇ ਹੋਮ ਮਿਨਿਸਟਰ ਕਹਿ ਰਿਹਾ, ਉਹਦੇ ਥੱਲੇ ਪੂਰੀ ਪੁਲਿਸ ਫੋਰਸ ਹੈ, ਉਹ ਕੀ ਸਮਝੇਗੀ? ਉਹ ਤਾਂ ਇਹਨੂੰ ਇੱਕ ਤਰ੍ਹਾਂ ਦਾ ਮੈਸੇਜ ਸਮਝੇਗੀ, ਉਹ ਇੱਕ ਸਿੰਬਲ ਸਮਝੇਗੀ, ਇੱਕ ਇਸ਼ਾਰਾ ਸਮਝੇਗੀ। ਕੋਈ ਬੰਦੇ ਨੂੰ ਆਰਡਰ ਵੀ ਸਮਝ ਸਕਦੇ ਨੇ ਕਿ ਹੁਣ ਅਸੀਂ ਜੋ ਮਰਜ਼ੀ ਕਰੀਏ, ਸਾਡੇ ਤੇ ਕੋਈ ਐਕਸ਼ਨ ਨਹੀਂ ਹੋਏਗਾ। ਇਹ ਤਾਂ ਕੰਪਲੀਟ ਇੰਸਟੀਗੇਸ਼ਨ ਹੈ ਅਫੈਂਸ ਦੀ। ਜੇ ਤੁਸੀਂ ਕਿਸੇ ਨੂੰ ਇਨਸਾਈਟ ਕਰੋ ਟੁਵਰਡ ਅਫੈਂਸ, ਫਿਰ ਤੁਹਾਡੀ ਬੋਲਣ ਦੀ ਆਜ਼ਾਦੀ ਉੱਥੇ ਲਿਮਿਟ ਲੱਗਦਾ। ਜੇ ਤੁਸੀਂ ਚਾਹੁੰਦੇ ਆ ਕਿ ਕਿੱਥੇ ਆਪਾਂ ਬੋਲਣ ਦੀ ਆਜ਼ਾਦੀ, ਕਿੱਥੇ ਲਿਮਿਟ ਲੱਗਦਾ, ਇਹੋ ਜਿਹੀ ਸਪੀਚ ਕ੍ਰਾਈਮ ਹੈ, ਇਹੋ ਜਿਹੀ ਸਪੀਚ ਸੈਡੀਸ਼ਨ ਹੈ, ਕਿਉਂਕਿ ਇਨਸਾਈਟਮੈਂਟ ਟੂ ਕ੍ਰਾਈਮ ਹੈ। ਇਹੋ ਜਿਹੀ ਸਪੀਚ ਦੇ ਕਾਨੂੰਨ ਦੇ ਵਿੱਚ ਰੋਕਣ ਦੀ ਪੂਰੀ ਇੰਤਜ਼ਾਮ ਹੈ। ਪੀਨਲ ਕੋਡ ਇਦਾਂ ਦੀ ਸਪੀਚ ਨੂੰ ਡੇਂਜਰ ਸਪੀਚ ਕਹਿੰਦੀ ਹੈ। ਸੋ ਇਹ ਸਪੀਚ, ਔਰ ਹੋਮ ਮਿਨਿਸਟਰ ਜਿਹਦੀ ਪੂਰੀ ਡਿਊਟੀ ਹੈ ਕਾਨੂੰਨ ਵਿਵਸਥਾ ਨੂੰ ਠੀਕ ਰੱਖਣ ਦੀ, ਜੇ ਉਹਦੇ ਦਿਮਾਗ ਵਿੱਚ ਇਹ ਵਿਚਾਰ ਹੈ ਜਾਂ ਉਹਨੂੰ ਲੱਗਦਾ ਹੈ ਕਿ ਵਿਚਾਰ ਰੱਖਣਾ ਹੀ ਕ੍ਰਾਈਮ ਹੈ, ਤਾਂ ਇਹ ਅਨਫੋਰਚੂਨੇਟ ਗੱਲ ਤਾਂ ਹੈ। ਬਟ ਇਹ ਸਾਰੇ ਦੇਸ਼ ਦੀ ਜਾਂ ਸਟੇਟ ਦੀ ਸਾਰਾ ਜਿਹੜਾ ਉਹਦਾ ਫਿਊਚਰ ਹੈ ਉਹਨੂੰ ਖਤਰੇ ਵਿੱਚ ਪਾ ਦਿੰਦੀ ਹੈ। ਕਿਉਂਕਿ ਇਹੋ ਜਿਹਾ ਬੰਦਾ ਤਾਂ ਫਿਰ ਜਿਹਦੇ ਕੋਲ ਇੰਨੀ ਮਸ਼ੀਨਰੀ ਹੋਵੇ, ਇੰਨੀ ਪਾਵਰ ਹੋਵੇ, ਜੋ ਆਪਣੇ ਵਿਚਾਰਾਂ ਨੂੰ ਜਦੋਂ ਉਹਨੂੰ ਮੌਕਾ ਮਿਲੇਗਾ ਉਹਨੂੰ ਐਕਸੀਕਿਊਟ ਕਰੇਗਾ। ਤਾਂ ਇਸ ਕਰਕੇ ਇਹ ਸਿੰਪਲ ਗੱਲ ਨਾ ਸਮਝ ਜਾਵੇ। ਜਦੋਂ ਕੋਈ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ ਇਹੋ ਜਿਹੀ ਗੱਲ ਕਰਦਾ, ਉਹ ਬਹੁਤ ਦੇਸ਼ ਲਈ ਖਤਰਨਾਕ ਹੁੰਦੀ ਹੈ। ਆਮ ਸਿਟੀਜ਼ਨ ਚਾਹੇ ਕਹਿ ਲੈਣ, ਉਹ ਇਹਨਾਂ ਨੇ ਆਮ ਸਿਟੀਜ਼ਨ ਦੇ ਖਿਲਾਫ ਤਾਂ ਇੱਕਦਮ ਤੁਸੀਂ FIR ਦਰਜ ਕਰਕੇ ਉਹਨੂੰ ਕੋਰਟ ਵਿੱਚ, ਜੇਲ੍ਹ ਵਿੱਚ ਭੇਜ ਦਿੰਦੇ ਹੋ। ਪਰ ਜਦੋਂ ਅਥਾਰਟੀਜ਼ ਇਦਾਂ ਗੱਲਾਂ ਕਰਨ ਲੱਗ ਪੈਂਦੇ, ਇਹਦਾ ਮਤਲਬ ਇੱਕ ਸਟੇਜ ਸ਼ਾਰਟ ਆਫ ਜੈਨੋਸਾਈਡ ਦੀ ਸਟੇਜ, ਜਾਂ ਇਹ ਸਟੇਜ ਇੱਕ ਸਟੇਜ ਪਹਿਲਾਂ ਦੀ ਗੱਲ ਹੈ, ਜਦੋਂ ਕਿ ਅਥਾਰਟੀ ਦੇ ਲੋਕੀ ਇਦਾਂ ਦੀ ਗੱਲਾਂ ਕਰਨ ਲੱਗ ਪੈਣ, ਫਿਰ ਆਪਣੀ ਪੁਲਿਸ ਫੋਰਸ ਕਰਕੇ ਯੂਜ਼ ਕਰਕੇ ਝੂਠੇ ਕੇਸ ਕਰਨ ਲੱਗ ਪੈਣ, ਫਿਰ ਛੋਟੇ ਛੋਟੇ ਬੱਚਿਆਂ ਨੂੰ ਜੇਲ੍ਹ ਭੇਜਣ ਲੱਗ ਪੈਣ ਟਵੀਟ ਕਰਨ ਲਈ ਜਾਂ ਥੋੜੇ ਵਿਚਾਰ ਵਿਅਕਤ ਕਰਨ ਲਈ, ਤੇ ਓਪਨਲੀ ਤੁਸੀਂ ਕਹੋ ਕਿ ਇਹ ਵਿਚਾਰ ਰੱਖਣਾ ਹੀ ਦੇਸ਼ ਦੇ ਖਿਲਾਫ। ਬਿਲਕੁਲ। ਉਹਨਾਂ ਹਾਲਾਤਾਂ ਦੇ ਵਿੱਚ ਇਹ ਖਤਰਨਾਕ ਸਿਚੁਏਸ਼ਨ ਇਸ ਲਈ ਕਿ ਹੁਣ ਹਰ ਸਿਟੀਜ਼ਨ ਨੂੰ ਵਾਕਈ ਜਾਗਣਾ ਪੜੇਗਾ। ਹੁਣ ਹਰ ਸਿਟੀਜ਼ਨ ਨੂੰ ਆਪਣੇ ਸਾਰੇ ਡਿਫਰੈਂਸਿਸ ਭੁਲਾ ਕੇ, ਆਪਣੇ ਸਾਰੇ ਕੰਮ ਛੱਡ ਕੇ ਵਾਕਿਆ ਹੀ ਇਸ ਸਰਕਾਰ ਨੂੰ ਖਤਮ ਕਰਨਾ ਪਏਗਾ। ਉਹਨੂੰ ਇਲੈਕਟਡ ਕਿਸੇ ਹੋਰ ਸਰਕਾਰ ਦੇ ਤਰੀਕੇ ਨਾਲ, ਕਿਸੇ ਹੋਰ ਸਰਕਾਰ ਨੂੰ ਲਿਆਉਣਾ ਪਏਗਾ, ਕਿਉਂਕਿ ਇਹ ਤਾਂ ਕਿਸੇ ਵੀ ਡੈਮੋਕ੍ਰੇਸੀ ਲਈ ਬਹੁਤ ਖਤਰਨਾਕ ਥਾਟਸ ਹੈ। ਔਰ ਜਦੋਂ ਇਹ ਰੂਲਿੰਗ ਪਾਰਟੀ ਵਿੱਚ ਆ ਜਾਂਦੀਆਂ ਤਾਂ ਫਿਰ ਦੇਸ਼ ਦਾ ਭਵਿੱਖ, ਅਨਲੈਸ ਲੋਕੀ ਪ੍ਰੋਟੈਸਟ ਕਰਕੇ ਸਰਕਾਰ ਦੇ ਠੱਲ ਨਹੀਂ ਪਾਉਂਦੇ, ਉਹ ਫਿਰ ਗੁਲਾਮੀ ਵੱਲ ਚੱਲ ਪੈਂਦਾ। ਬਿਲਕੁਲ ਬਿਲਕੁਲ। ਬੈਂਸ ਸਾਹਿਬ, ਤੁਹਾਡੇ ਵਿਚਾਰ ਸੁਣ ਕੇ ਸ਼ਾਇਦ ਲੋਕ ਹੁਣ ਇਹ ਸੋਚ ਰਹੇ ਹੋਣੇ, ਜਿਵੇਂ ਆਪਾਂ ਦੇਖੀਏ ਖਬਰਾਂ ਚੱਲ ਰਹੀਆਂ ਨੇ ਕਿ ਜੇ ਤਾਂ ਕੋਈ ਕਿਸਾਨ ਅੰਦੋਲਨ ਦੇ ਵਿੱਚ ਮਾੜੀ ਮੋਟੀ ਵੀ ਮਦਦ ਕਰਦਾ, ਜੇ ਆਪਾਂ ਸਿੱਧੀ ਭਾਸ਼ਾ ਵਿੱਚ ਕਹੀਏ ਕਿ ਜੇ ਕੋਈ ਕਿਲੋ ਦੁੱਧ ਵੀ ਲੈ ਕੇ ਜਾਂਦਾ ਤੇ ਉਹਦੇ ਤੇ ਵੀ ਪਰਚਾ ਬਣਾਉਣ ਦੀ ਪਲੈਨਿੰਗ ਸ਼ੁਰੂ ਹੋ ਜਾਂਦੀ ਹੈ ਕਿ ਪਰਚਾ ਕਿੱਦਾਂ ਬਣਾਇਆ ਜਾਵੇ। ਤੇ ਇਸ ਤਰ੍ਹਾਂ ਦੀਆਂ ਮਤਲਬ ਕਿ ਸੰਭਾਵਨਾਵਾਂ ਨੂੰ ਜਾਂ ਇਸ ਤਰ੍ਹਾਂ ਦੇ ਡਰ ਨੂੰ ਕਿਸ ਤਰ੍ਹਾਂ ਆਮ ਲੋਕਾਂ ਦੇ ਵਿੱਚ, ਕਿਵੇਂ ਉਸ ਚੀਜ਼ ਨੂੰ ਖਤਮ ਕੀਤਾ ਜਾ ਸਕਦਾ ਕਾਨੂੰਨ ਦੇ ਨਜ਼ਰੀਏ ਦੇ ਨਾਲ? ਜਦੋਂ ਕਾਨੂੰਨ ਵੀ ਬਾਂਹ ਨਹੀਂ ਫੜਦਾ, ਜਦੋਂ ਅਦਾਲਤਾਂ ਵੀ ਬਾਂਹ ਨਹੀਂ ਫੜਦੀਆਂ, ਫਿਰ ਲੋਕ ਕਿੱਧਰ ਧੱਕੇ ਖਾਣ, ਲੋਕ ਕਿੱਧਰਲੇ ਪਾਸੇ ਜਾਣ? ਸਰਕਾਰ ਵੱਲ ਜਾਂਦੇ ਨੇ, ਸਰਕਾਰ ਨਹੀਂ ਸੁਣਦੀ, ਕਾਨੂੰਨ ਵੱਲ ਜਾਂਦੇ ਨੇ, ਅਦਾਲਤਾਂ ਵੱਲ ਜਾਂਦੇ ਨੇ, ਉਹ ਨਹੀਂ ਸੁਣਦੀ। ਤੇ ਜੇ ਬਾਹਰਲੇ ਮੁਲਕਾਂ ਦੇ ਵਿੱਚੋਂ ਕੋਈ ਸਪੋਰਟ ਕਰਦਾ ਆ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਕਹਿ ਦਿੱਤਾ ਜਾਂਦਾ ਕਿ ਸਾਡੇ ਮੁਲਕ ਦਾ ਇੰਟਰਨਲ ਮੈਟਰ ਹੈ, ਤਾਂ ਫਿਰ ਲੋਕ ਕਿੱਧਰਲੇ ਪਾਸੇ ਜਾਣ? ਹੱਥ ਤਾਂ ਪੂਰੇ ਬੰਨ ਦਿੱਤੇ, ਮੂੰਹ ਵੀ ਬੰਨ ਦਿੱਤਾ। ਇਹ ਬਿਲਕੁਲ ਹੀ ਉਹੋ ਜਿਹੀ ਗੱਲ ਹੈ ਕਿ ਕੱਲ ਤੁਹਾਡੇ ਬਾਰਡਰ ਤੇ ਲੜਾਈ ਹੋਵੇ ਤਾਂ ਫੌਜ ਆਪਣਾ ਕੰਮ ਛੱਡ ਕੇ ਵਾਪਸ ਭੱਜ ਪਏ, ਜਾਂ ਪੁਲਿਸ ਦਾ ਜਿਹੜਾ ਕੰਮ ਹੈ ਕ੍ਰਾਈਮ ਨੂੰ ਰੋਕਣਾ, ਕ੍ਰਿਮੀਨਲ ਨਾਲ ਖੜੇ ਹੋ ਕੇ ਤੁਹਾਨੂੰ ਕੁੱਟੇ, ਜਿੱਦਾਂ ਹੁਣ ਪੁਲਿਸ ਦਾ ਰੋਲ ਹੋ ਗਿਆ। ਇਸੇ ਤਰ੍ਹਾਂ ਜਦੋਂ ਹੋਮ ਮਿਨਿਸਟਰ ਇਹੋ ਜਿਹੀਆਂ ਗੱਲਾਂ ਕਰਦਾ ਤਾਂ ਬਿਲਕੁਲ ਆਪਣੀ ਡਿਊਟੀ ਛੱਡ ਕੇ, ਆਪਣੀ ਸੰਵਿਧਾਨਿਕ ਡਿਊਟੀ ਛੱਡ ਕੇ ਬਿਲਕੁਲ ਪੁੱਠੇ ਪਾਸੇ ਚੱਲ ਪਿਆ। ਪਰ ਲੋਕਾਂ ਦੇ ਸਾਹਮਣੇ ਸਪਸ਼ਟ ਹੈ, ਦੇਖੋ ਕੋਈ ਵੀ ਜਿਹੜੀ ਡੈਮੋਕ੍ਰੇਸੀ ਕਹਿ ਲਓ ਜਾਂ ਕੋਈ ਹੱਕ ਹੁੰਦਾ ਹੈ, ਇਹ ਤੁਹਾਡੇ ਦਿਲੋਂ ਆਉਂਦਾ ਹੈ। ਸੰਵਿਧਾਨ ਨੇ ਲਿਖ ਦਿੱਤਾ, ਇੱਕ ਚਾਰਟਰ कहता है, बट वो अल्टीमेटली इन्फोर्स ਤਾਂ ਬੰਦੇ ਕਰਦੇ ਨੇ। ਬਿਯੋਂਡ ਅ ਪਰਟੀਕੁਲਰ ਸਿਚੁਏਸ਼ਨ ਕੋਈ ਵੀ ਅਨਜਸਟ ਲਾਅ ਇਨਫੋਰਸ ਹੋ ਹੀ ਨਹੀਂ ਸਕਦਾ। ਇਸ ਕਰਕੇ ਸਭ ਤੋਂ ਪਹਿਲਾਂ ਪਾਰਲੀਮੈਂਟ ਦੀ ਡਿਊਟੀ ਹੈ ਕਿ ਪਹਿਲਾਂ ਕੰਸੈਂਟ ਲਓ ਲੋਕਾਂ ਦਾ, ਪਹਿਲਾਂ ਲੋਕਾਂ ਨੂੰ ਕੰਸਲਟ ਕਰੋ, ਪਹਿਲਾਂ ਲੋਕਾਂ ਨਾਲ ਡਿਸਕਸ਼ਨ ਕਰੋ, ਫਿਰ ਕੋਈ ਕਾਨੂੰਨ ਪਾਸ ਕਰੋ। ਇਹ ਬਹੁਤ ਪੁਰਾਣੀ ਗੱਲ ਹੈ ਕਿ ਜੇ ਤੁਸੀਂ ਅਨਜਸਟ ਲਾਅ ਪਾਸ ਕਰੋਗੇ ਤਾਂ ਲੋਕ ਉਹਦੀ ਓਬੀਡੀਐਂਸ ਜ਼ੀਰੋ ਹੋ ਜਾਂਦੀ ਹੈ, ਘੱਟ ਹੋ ਜਾਂਦੀ ਹੈ। ਤੁਸੀਂ ਟੈਕਸਿਸ ਬਹੁਤ ਹਾਈ ਕਰੋ, ਲੋਕੀ ਟੈਕਸ ਦੇਣਾ ਬੰਦ ਕਰ ਦਿੰਦੇ। ਤੁਸੀਂ ਜਿੰਨੇ ਓਪਰੈਸਿਵ ਹੋ ਜਾਂਦੇ ਆ, ਲੋਕੀ ਉਹਨੇ ਉਸ ਤੋਂ ਬਚਣ ਦੇ ਤਰੀਕੇ ਲੱਭਣ ਲੱਗ ਪੈਂਦੇ ਨੇ। ਤੁਸੀਂ ਜਿੰਨੇ ਕਾਨੂੰਨ ਵਿੱਚ ਸਜ਼ਾ ਵਧਾਈ ਜਾਂਦੇ ਆ, ਉਹਨੇ ਕਨਵਿਕਸ਼ਨ ਘੱਟ ਹੋ ਜਾਂਦੀ ਹੈ।
ਇਹ ਨੇਚਰ ਦੇ ਵਿੱਚ ਹੀ ਬੈਲੈਂਸ ਹੈ, ਔਰ ਜਿਹੜਾ ਨੇਚਰ ਦੇ ਵਿੱਚ ਬੈਲੈਂਸ ਹੈ ਅਲਟੀਮੇਟਲੀ ਸਾਰੇ ਜਿਹੜੀ ਆਜ਼ਾਦੀ ਦੀ ਅੰਦਰ ਦਿਲਾਂ ਦੇ ਜਿੱਥੇ ਜਿਸ ਜਗ੍ਹਾ ਦੇ ਵਿੱਚ ਆਜ਼ਾਦੀ ਵੱਸਦੀ ਹੈ ਲੋਕਾਂ ਦੇ ਦਿਲਾਂ ਵਿੱਚ, ਉੱਥੇ ਆਜ਼ਾਦੀ ਬਰਕਰਾਰ ਰਹਿੰਦੀ ਹੈ। ਕੌਨਸਟੀਟਿਊਸ਼ਨ ਹੋਵੇ ਨਾ ਹੋਵੇ, ਸੁਪਰੀਮ ਕੋਰਟ ਹੋਵੇ ਨਾ ਹੋਵੇ, ਕਿਉਂਕਿ ਅਲਟੀਮੇਟਲੀ ਜਿਹੜੇ ਪ੍ਰੋਟੈਸਟ ਕਰ ਰਹੇ ਸੁਪਰੀਮ ਕੋਰਟ ਦੀ ਪਾਵਰ ਲੈ ਕੇ ਨਹੀਂ ਕਰ ਰਹੇ। ਇਹ ਸੁਪਰੀਮ ਕੋਰਟ ਹੋਏ ਨਾ ਹੋਏ ਪ੍ਰੋਟੈਸਟ ਤਾਂ ਇਸ ਲਈ ਹੋ ਰਹੀ ਹੈ ਕਿ ਸਾਡੀ ਜ਼ਮੀਨ ਤੇ ਖਤਰਾ ਹੈ, ਸਾਡੀ ਹੋਂਦ ਤੇ ਖਤਰਾ ਹੈ, ਸਾਡੀ ਜਾਨ ਤੇ ਖਤਰਾ ਹੈ। ਇਸ ਕਰਕੇ ਹੁਣ ਜੇ ਜਾਨ ਮਰਦੇ ਵੀ ਨਹੀਂ ਬੰਦੇ ਬੋਲਦੇ, ਫਿਰ ਤਾਂ ਉਹ ਬੰਦਾ ਹੀ ਨਹੀਂ ਰਹਿੰਦਾ। ਔਰ ਇਸੇ ਕਰਕੇ ਇਹ ਬਾਹਲਾ ਫਿਕਰ ਮੈਨੂੰ ਇਸ ਲਈ ਨਹੀਂ ਹੈ ਕਿਉਂਕਿ ਹਮੇਸ਼ਾ ਹੀ ਜਦੋਂ ਲੋੜ ਪੈਂਦੀ ਹੈ, ਜਦੋਂ ਮੁਸੀਬਤ ਆਉਂਦੀ ਹੈ, ਜਦੋਂ ਦੇਸ਼ ਤੇ ਲੜਾਈ ਆਉਂਦੀ ਹੈ, ਤਾਂ ਇਹ ਕਾਨੂੰਨ ਔਰ ਕਚਹਿਰੀਆਂ ਔਰ ਜਿਹੜੇ ਇਲੈਕਸ਼ਨ ਕਮਿਸ਼ਨਰ ਜਿਹੜੇ ਆਪਾਂ ਇੰਨੇ ਵੱਡੀਆਂ ਤਨਖਾਹਾਂ ਦੇ ਕੇ ਉਹਨਾਂ ਨੂੰ ਇੰਨੀ ਸਿਕਿਉਰਿਟੀ ਦਿੰਦੇ ਆ, ਉਹ ਅਕਸਰ ਆਪਣੀ ਡਿਊਟੀ ਭੁੱਲ ਜਾਂਦੇ ਨੇ। ਤਾਂ ਅਲਟੀਮੇਟਲੀ ਲੋਕਾਂ ਨੂੰ ਆਪਣੇ ਹੱਥ ਨਾਲ ਹੀ ਸਾਰੀਆਂ ਆਜ਼ਾਦੀਆਂ ਵਾਪਸ ਲੈਣੀਆਂ ਪੈਂਦੀਆਂ। ਔਰ ਅੱਜ ਵੀ ਉਹੀ ਹਾਲਾਤ ਹੋ ਰਹੇ ਨੇ, ਬਿਲਕੁਲ ਉਹੀ ਹਾਲਾਤ ਹੋ ਰਹੇ ਨੇ ਕਿ ਜਿਹੜੇ ਇੰਸਟੀਟਿਊਸ਼ਨ ਜੇ ਥੋੜਾ ਜਿਹਾ ਇਮਾਨਦਾਰ ਇਲੈਕਸ਼ਨ ਕਮਿਸ਼ਨਰ ਹੁੰਦਾ ਤੇ ਕਿਸੇ ਕ੍ਰਿਮੀਨਲ ਨੂੰ ਪਾਰਲੀਮੈਂਟ 'ਚ ਐਂਟਰ ਨਾ ਕਰਨ ਦਿੰਦਾ। ਜੇ ਕਿਤੇ ਇਮਾਨਦਾਰ ਕੋਰਟ ਕਚਹਿਰੀ ਹੁੰਦੇ ਤਾਂ ਬੜੀਆਂ ਇਲੈਕਸ਼ਨਾਂ ਅਪਸੈਟ ਹੋ ਜਾਣੀਆਂ ਸੀ ਕਿ ਉਹਨਾਂ ਨੇ ਧਰਮ ਦੇ ਨਾਮ ਤੇ ਵੋਟਾਂ ਮੰਗੀਆਂ। ਜੇ ਅੱਜ ਵੀ ਹਾਈ ਕੋਰਟਸ ਵਿੱਚ ਹਿੰਮਤ ਹੁੰਦੀ ਤਾਂ ਕਿਸੇ ਬੱਚੀ ਨੂੰ ਤੁਸੀਂ 3 ਮਹੀਨੇ ਰੱਖ ਲਓ ਜਾਂ 2 ਮਹੀਨੇ ਰੱਖ ਲਓ ਜਾਂ 60 ਨੌਦੀਪ ਵਰਗੀ ਬੱਚੀ ਨੂੰ ਜਿਹਨੂੰ ਸਭ ਨੂੰ ਦਿਖਦਾ ਹੈ ਕਿ ਉਹਨੂੰ ਨਾਜਾਇਜ਼ ਕੁੱਟਿਆ ਜਾ ਰਿਹਾ ਇਸ ਲਈ ਕਿਉਂਕਿ ਉਹਨੇ ਤਨਖਾਹਾਂ ਮੰਗੀ, ਆਪਣੇ ਹੱਕ ਮੰਗੇ। ਜੇ ਤੁਸੀਂ ਆਪ ਬੈਠੇ ਹੋਏ ਹਰ ਕੋਰਟ ਵਿੱਚ ਇੰਨੇ ਜੱਜ ਹੈ, ਉਹਨਾਂ ਕੋਲ ਇੰਨੀਆਂ ਸ਼ਕਤੀਆਂ ਹੈ ਕਿ ਜਦੋਂ ਇੱਕ ਦਿਨ ਦੇ ਨੋਟਿਸ ਤੇ ਸਾਰੀ ਗੱਲਾਂ ਬੰਦ ਹੋ ਸਕਦੀਆਂ, ਬਟ ਨਹੀਂ ਕਰ ਰਹੇ। ਇਸੇ ਕਰਕੇ ਲੋਕਾਂ ਨੂੰ ਆਪ ਹੀ ਇੰਨੀ ਵਿਆਪਕ ਪ੍ਰੋਟੈਸਟ ਕਰਨੀ ਪਈ। ਇਸੇ ਕਰਕੇ ਲੋਕਾਂ ਨੂੰ ਇਸ ਲਈ ਇਹ ਰਾਹ ਵੀ ਇਹੀ ਹੈ ਕਿ ਹੁਣ ਜਿਹੜੇ ਬਾਕੀ ਲੋਕ ਘਰਾਂ 'ਚ ਬੈਠੇ ਨੇ, ਹੈਰਾਨੀ ਦੀ ਗੱਲ ਹੈ ਕਿ ਪ੍ਰੋਟੈਸਟ ਵਿੱਚ ਕਿਸਾਨ ਕਰ ਰਹੇ ਨੇ, ਪਰ ਜਿਹੜੇ ਲੋਕੀ ਨੌਕਰੀ ਵਿੱਚ ਕੋਈ ਨਹੀਂ ਕਰ ਰਹੇ, ਜਿਹੜੇ ਲੋਕਾਂ ਦੇ ਕੋਲ ਘਰ ਪਏ ਉਹ ਕੋਈ ਨਹੀਂ ਕਰ ਰਹੇ। ਜਿਹੜੇ ਸਾਡੇ ਅਮੀਰ ਕਾਰਪੋਰੇਟ ਹੈ ਜਿਹੜੇ ਇਸ ਕਰਕੇ ਅਮੀਰ ਹੈ ਕਿਉਂਕਿ ਲੋਕਾਂ ਦੇ ਪੈਸਾ ਉਹਨਾਂ ਨੇ ਇਕੱਠਾ ਕੀਤਾ, ਲੋਕਾਂ ਦੇ ਵਪਾਰ ਕਰਕੇ ਉਹ ਰਿਚ ਹੋਏ ਆ ਜਾਂ ਅਮੀਰ ਹੋਇਆ, ਉਹ ਵੀ ਚੁੱਪ ਬੈਠੇ ਨੇ। ਸਾਰੇ ਸਾਡੇ ਪਬਲਿਕ ਸਰਵਿਸ ਚੁੱਪ ਬੈਠੀਆਂ, ਸਾਡੀ ਪੁਲਿਸ ਫੋਰਸ ਚੁੱਪ ਬੈਠੀ, ਵੱਡੇ ਵੱਡੇ ਅਫਸਰ ਸਰਕਾਰ ਦੇ ਕਹਿਣ ਤੇ ਕਾਨੂੰਨ ਦੇ ਖਿਲਾਫ ਐਟਰੋਸਿਟੀਜ਼ ਕਰ ਰਹੇ ਹੈ। ਇਹ ਖਤਰਨਾਕ ਹਾਲਾਤ ਹੁੰਦੇ ਕਿਸੇ ਵੀ ਮੁਲਕ ਲਈ। ਇਹ ਠੀਕ ਹੈ ਖਤਰਨਾਕ ਹਾਲਾਤ ਇਸ ਲਈ ਹੈ ਕਿ ਇਹ ਥੋੜਾ ਜਿਹਾ ਜ਼ਿਆਦਾ ਆਪਰੇਸ਼ਨ ਹੋਵੇ ਤਾਂ ਤੁਸੀਂ ਬੜੇ ਸਾਲ ਸਾਇਲੈਂਸ ਹੋ ਜਾਂਦੀ ਹੈ, ਮਗਰ ਇਸ ਨੂੰ ਰੋਕਣ ਲਈ ਵੀ ਕੋਈ ਹੋਰ ਚਾਰਾ ਨਹੀਂ ਹੁੰਦਾ, ਡਿਫਾਈਂਸ ਹੀ ਹੁੰਦੀ ਹੈ। ਇਸ ਜ਼ੁਲਮ ਨੂੰ ਐਕਚੁਅਲੀ ਸਿੱਧਾ ਰੋਕਣਾ ਹੀ ਪੈਂਦਾ ਹੈ। ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਥੋੜੀ ਦੇਰ ਰੁਕ ਜਾਓ ਤੇ ਬੰਦ ਹੋ ਜਾਏਗਾ, ਵੱਧਦਾ ਹੀ ਜਾਂਦਾ ਹੁੰਦਾ। ਜ਼ੁਲਮ ਕਦੀ ਘਟਦਾ ਨਹੀਂ ਹੈ ਜੇ ਤੁਸੀਂ ਚੁੱਪ ਰਹੋ। ਜ਼ੁਲਮ ਨੂੰ ਰੋਕਣ ਲਈ ਬੋਲਣਾ ਹੀ ਪੈਂਦਾ ਹੈ, ਜੇ ਨਹੀਂ ਬੋਲ ਕੇ ਫਿਰ ਸਫਰ ਵੀ ਕਰਨਾ ਪੈਂਦਾ ਹੈ। ਸਫਰ ਕਰਨ ਤੋਂ ਬਾਅਦ ਹੀ ਅਲਟੀਮੇਟਲੀ ਉਹਦਾ ਪਾਪ ਇੰਨਾ ਭਾਰਾ ਹੋ ਜਾਂਦਾ ਕਿ ਦਿਮਾਗ ਖਰਾਬ ਹੋ ਕੇ, ਔਰ ਅੱਜ ਕੱਲ੍ਹ ਵਾਕਈ ਹੀ ਦਿਮਾਗ ਖਰਾਬ ਹੋਣ ਦੇ ਹਾਲਾਤ ਵਿੱਚ ਹੈ। ਜੋ ਤੁਸੀਂ ਇੱਕ ਬੱਚੇ ਨੂੰ ਟਵੀਟ ਨੂੰ ਕ੍ਰਿਮੀਨਲ ਅਫੈਂਸ ਕਹਿ ਦਿਓ, ਜਦੋਂ ਬੱਚੇ ਨੇ 2 ਸ਼ਬਦ ਕਹੇ ਕਿਸੇ ਡਾਕੂਮੈਂਟ ਵਿੱਚ ਬਦਲੇ, ਉਹਨੂੰ ਤੁਸੀਂ ਅਰੈਸਟ ਕਰ ਲਓ। ਔਰ ਜਦੋਂ ਕਿ ਤੁਹਾਡੀ ਸਾਰੀ ਪਾਰਟੀ ਇੰਨੇ ਖਤਰਨਾਕ ਵਿਚਾਰ ਓਪਨਲੀ ਦੱਸ ਰਹੀ ਹੈ, ਬੋਲ ਰਹੀ ਹੈ, ਨਫ਼ਰਤ ਫੈਲਾ ਰਹੀ ਹੈ, ਔਰ ਤੁਹਾਡੇ ਸਾਰੇ ਚੈਨਲ ਇੱਕ ਪੂਰੀ ਕਮਿਊਨਿਟੀ ਨੂੰ ਸਟਿਗਮੈਟਾਈਜ਼ ਕਰ ਰਹੇ ਨੇ। ਉਹਨਾਂ ਹਾਲਾਤਾਂ ਵਿੱਚ ਤੁਹਾਨੂੰ ਲੱਗਦਾ ਕਿ ਕੁਝ ਠੀਕ ਹੈ, ਉਹਨਾਂ ਹਾਲਾਤਾਂ ਵਿੱਚ ਤੁਹਾਨੂੰ ਕੁਝ ਨਹੀਂ ਲੱਗਦਾ ਕਿ ਜ਼ੁਲਮ ਹੋ ਰਿਹਾ ਹੈ। ਔਰ ਬੱਚੇ, ਛੋਟੇ ਬੱਚੇ ਜਿਹੜੇ ਕਿ ਇੰਨੇ ਆਈਡਲਿਜ਼ਮ ਨਾਲ ਦੇਸ਼ ਨਾਲ ਪਿਆਰ ਕਰਦੇ ਨੇ ਔਰ ਇਸ ਲਈ ਬੋਲ ਰਹੇ ਨੇ ਕਿ ਉਹਨਾਂ ਨੂੰ ਕਿਸਾਨਾਂ ਨਾਲ ਪਿਆਰ ਹੈ, ਹਾਲਾਂਕਿ ਕਿਸਾਨੀ ਉਹਨਾਂ ਨੇ ਕੀਤੀ ਨਹੀਂ, ਫਿਰ ਵੀ ਉਹਨਾਂ ਦੀ ਇੰਨੀ ਸੈਂਸਿਟੀਵਿਟੀ ਹੈ ਕਿ ਉਹ ਬਜ਼ੁਰਗਾਂ ਨੂੰ ਠੰਡ ਵਿੱਚ ਬੈਠੇ ਦੇਖਦੇ ਤਾਂ ਹਰ ਬੱਚਾ ਦੁਖੀ ਹੋ ਰਿਹਾ ਹੈ। ਔਰ ਉਹ ਪੋਸਟਰ ਬਣਾ ਰਹੇ ਨੇ ਔਰ ਜਿੰਨਾ ਕੁਝ ਕਰ ਸਕਦੇ ਨੇ ਆਪਣੇ ਮੀਡੀਆ ਵਿੱਚ ਉੱਥੇ ਉਹ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਇਹਨੂੰ ਕ੍ਰਿਮੀਨਲਾਈਜ਼ ਕਰ ਰਹੇ ਹੋ, ਤੁਸੀਂ ਇਹੀ ਸੋਚ ਰਹੇ ਹੋ। ਤਾਂ ਉਹਨਾਂ ਹਾਲਾਤਾਂ ਵਿੱਚ ਤੁਹਾਨੂੰ ਇੱਕ ਚੀਜ਼ ਦਾ ਪਤਾ ਲੱਗ ਜਾਂਦਾ ਕਿ ਜਿਹੜਾ ਇਸ ਵੇਲੇ ਸੱਤਾਧਾਰੀ ਲੋਕ ਨੇ ਉਹ ਹਿਊਮਨ ਤੋਂ ਥੱਲੇ ਜਾ ਰਹੇ ਨੇ, ਮਨੁੱਖਤਾ ਤੋਂ ਥੱਲੇ ਜਾ ਰਹੇ ਨੇ। ਮਨੁੱਖਤਾ, ਸਾਰੇ ਚੰਗੇ ਮਨੁੱਖਾਂ ਨੂੰ ਆਪਣਾ ਦੁਸ਼ਮਣ ਸਮਝ ਰਹੇ ਨੇ ਔਰ ਦੇਸ਼ ਵਿੱਚ 1-ਅੱਧਾ% ਹੀ ਹੁੰਦੇ ਏਦਾਂ ਦੇ ਮਨੁੱਖ। 99% ਤਾਂ ਠੀਕ ਹੈ, ਚੁੱਪ ਰਹਿਣ ਵਾਲੇ ਹੁੰਦੇ ਆ। ਜਦੋਂ ਮਗਰ ਇਹੀ 1% ਜਗਾਉਂਦੇ ਹੁੰਦੇ, ਇਹੋ ਜਿਹੇ ਬੱਚੇ ਜਗਾਉਂਦੇ ਹੁੰਦੇ। ਇੱਕ ਤੁਸੀਂ ਦਿਸ਼ਾ ਰਵੀ ਤੇ ਕੇਸ ਪਾਇਆ, ਤੁਸੀਂ 10 ਦਿਸ਼ਾ ਰਵੀ ਜ਼ਰੂਰ ਪੈਦਾ ਕਰੋਗੇ। ਇਸੇ ਤਰ੍ਹਾਂ ਇੱਕ ਨਦੀ ਤੇ ਕੇਸ ਪਿਆ, ਬਟ ਸਾਰੀ ਦੁਨੀਆ ਨੇ ਉਹਨੂੰ ਮਹਿਸੂਸ ਹੋਇਆ ਉਹਦਾ ਦੁੱਖ। ਜਿਹੜੇ ਉਹਨੇ ਜ਼ੁਲਮ ਝੱਲੇ ਹੈ, ਉਹ ਹਰ ਬੱਚੇ ਨੇ ਜਿਹਨੇ ਉਹਨਾਂ ਦੀ ਕਹਾਣੀ ਸੁਣੀ ਹੈ ਉਹਨੂੰ ਕਿਸੇ ਮਾਤਰਾ 'ਚ ਮਹਿਸੂਸ ਹੋਇਆ। ਇਸੇ ਤਰ੍ਹਾਂ ਹੀ ਅਲਟੀਮੇਟਲੀ ਜਿਹੜੀਆਂ ਹੁੰਦੀਆਂ, ਜਿਹੜੀਆਂ ਡਿਫਰੈਂਟ ਹਿਊਮਨ ਵੈਲਿਊਜ਼ ਪ੍ਰੋਟੈਕਟ ਹੁੰਦੀਆਂ ਔਰ ਜਿੰਨਾ ਜ਼ੁਲਮ ਵੱਧਦਾ ਜਾਂਦਾ ਉਨੀ ਸਟਰੈਂਥ ਵੀ ਵਧੀ ਜਾਂਦੀ ਹੈ ਯਾਰ। ਇਸ ਕਰਕੇ ਇੰਨਾ ਕੋਈ ਘਬਰਾਉਣ ਦੀ ਵੀ ਲੋੜ ਨਹੀਂ, ਇੰਨਾ ਫਿਕਰ ਲਾਉਣ ਦੀ ਵੀ ਲੋੜ ਨਹੀਂ। ਬਟ ਸਰਟਨਲੀ ਦੇਸ਼ ਲਈ ਭਾਰੀ ਪੈਂਦੀ ਚੀਜ਼, ਇਹੋ ਜਿਹੀ ਚੀਜ਼ ਦੇਸ਼ ਲਈ ਭਾਰੀ ਪੈਂਦੀ ਕਿ ਜਿਹੜਾ ਟਾਈਮ ਲੋਕਾਂ ਨੇ ਆਪਣੀ ਖੁਸ਼ਹਾਲੀ ਲਈ ਲਾਉਣਾ ਸੀ, ਜਿਹੜੀ ਐਫਰਟ ਆਪਣੀ ਖੁਸ਼ਹਾਲੀ ਲੱਗਣਾ ਸੀ, ਉਹ ਐਫਰਟ ਹੁਣ ਜ਼ਾਲਮ ਨੂੰ ਰੋਕਣ ਤੇ ਲੱਗਣੀ ਹੈ।
ਬਿਲਕੁਲ। ਤੇ ਇਹ ਰੋਕ ਬੈਂਸ ਸਾਹਿਬ ਅਖੀਰ ਦੇ ਵਿੱਚ ਮੇਰਾ ਆਖਰੀ ਸਵਾਲ ਹੀ ਹੈ ਕਿ ਇਹ ਰੋਕ ਕਿਸ ਤਰ੍ਹਾਂ ਲਗਾਈ ਜਾ ਸਕਦੀ ਹੈ, ਬਦਲਾਅ ਕਿਸ ਤਰ੍ਹਾਂ? ਜੇ ਈਵੀਐਮ ਵੱਲ ਨਜ਼ਰ ਮਾਰਦੇ ਆ ਤਾਂ ਈਵੀਐਮ ਦੇ ਵਿੱਚ ਵੀ ਕਿਤੇ ਨਾ ਕਿਤੇ ਧਾਂਦਲੀ ਦੇ ਇਲਜ਼ਾਮ ਲੱਗਦੇ ਨੇ, ਤੇ ਫਿਰ ਰੋਕ ਕਿੱਦਾਂ ਲੱਗ ਸਕਦੀ ਹੈ? ਕਹਿੰਦੇ ਨਾ ਕਿ ਬੈਸਟ ਜਨਰਲ ਵਾਰ ਚੋਂ ਨਿਕਲਦੇ ਆ, ਜਦੋਂ ਪੀਸ ਹੋ ਜਾਂਦੀ ਤਾਂ ਸਾਰੀ ਜਿਹੜੀ ਐਬਿਲਿਟੀ ਜਨਰਲ ਬੈਸਟ ਬਣਦੇ ਨਹੀਂ ਹੈ, ਮੁਸੀਬਤਾਂ ਜੋ ਬੈਸਟ ਲੀਡਰਸ਼ਿਪ ਨਿਕਲਦੀ ਹੈ। ਆਪਾਂ ਦੇਖ ਚੁੱਕੇ ਕਿ ਜਿਹੜਾ ਕਿਸਾਨੀ ਅੰਦੋਲਨ ਕਿਸੇ ਇੱਕ ਸੰਸਥਾ ਨੇ ਚਲਾਇਆ, ਇਹ ਵਾਕਿਆ ਕਿਵੇਂ ਹੋ ਗਿਆ ਕਿਸੇ ਨੂੰ ਸਮਝ ਨਹੀਂ ਆ ਰਿਹਾ, ਮਗਰ ਇਹਦੇ ਵਿੱਚੋਂ ਸਾਰੀਆਂ ਚੀਜ਼ਾਂ ਹੋ ਰਹੀਆਂ ਜਿਹੜੀ ਸਰਕਾਰ ਨਹੀਂ ਚਾਹੁੰਦੀ। ਸਰਕਾਰ ਚਾਹੁੰਦੀ ਕਿ ਲੋਕ ਧਰਮ ਦੇ ਨਾਮ ਤੇ ਬਟਨ, ਇਹ ਉਹਨਾਂ ਨੂੰ ਜੋੜ ਰਹੀ ਹੈ। ਸਰਕਾਰ ਚਾਹੁੰਦੀ ਕਿ ਲੋਕ ਪੰਜਾਬ ਹਰਿਆਣਾ ਜਾਂ ਪਾਣੀਆਂ ਸਿਰ ਤੇ ਲੜਨ, ਉਹ ਇਕੱਠੇ ਹੋ ਰਹੇ ਨੇ। ਸਰਕਾਰ ਚਾਹੁੰਦੀ ਹੈ ਕਿ ਲੋਕ ਇਹਨਾਂ ਨੂੰ ਕੋਈ ਮਦਦ ਨਾ ਕਰੇ, ਹਰ ਬੰਦਾ ਮਦਦ ਦੇਣ ਤੋਂ ਤਿਆਰ ਹੈ। ਸਰਕਾਰ ਚਾਹੁੰਦੀ ਕਿ ਸਟੂਡੈਂਟਸ ਉਹਨਾਂ ਦੇ ਹੱਕ ਵਿੱਚ ਨਾ ਬੋਲਣ, ਹਰ ਯੂਨੀਵਰਸਿਟੀ ਵਿੱਚ ਬੱਚੇ ਪੈਦਾ ਹੋ ਰਹੇ ਨੇ ਜਿਹੜੇ ਕਿਸਾਨਾਂ ਦੇ ਹੱਕ ਵਿੱਚ ਬੋਲ ਰਹੇ ਨੇ, ਹਾਲਾਂਕਿ ਜਿਹੜੇ ਕਦੀ ਕਿਸਾਨੀ ਨਾਲ ਜੁੜਿਓ ਵੀ ਨਹੀਂ ਨੇ, ਔਰ ਉਹ ਸੋਚਦੇ ਆ ਕਿ ਸਾਡੇ ਦੇਸ਼ ਵਿੱਚ ਹੀ ਰਹਿ ਜੇ ਗੱਲ, ਉਹ ਸਾਰੀ ਧਰਤੀ ਤੇ ਫੈਲ ਗਈ ਹੈ। ਸੋ ਇਹੀ ਤਰੀਕਾ ਹੁੰਦਾ ਹੈ, ਔਰ ਤਰੀਕਾ ਕਿਸੇ ਦੇ ਹੱਕ ਵੀ ਨਹੀਂ, ਇਹ ਚੀਜ਼ਾਂ ਹੋ ਰਹੀਆਂ ਕਿਉਂਕਿ ਨੇਚਰ ਹੈ ਇੱਕ, ਇਹ ਸਾਰੀ ਦੁਨੀਆ ਇੱਕ ਵਾਕਿਆ ਇੱਕ ਮੋਰਲ ਵਰਲਡ ਹੈ ਜਿੱਥੇ ਬਿਯੋਂਡ ਅ ਪੁਆਇੰਟ ਹਰ ਜ਼ੁਲਮ ਦਾ ਅੰਤ ਹੁੰਦਾ ਹੈ, ਔਰ ਵਾਕਿਆ ਹੀ ਜ਼ੁਲਮ ਦੇ ਹਿਸਾਬ ਨਾਲ ਸਪਿਰਿਟ ਪੈਦਾ ਹੁੰਦੀ ਹੈ। ਜਿੰਨਾ ਕਰੂਡ ਐਂਡ ਕਰੂਅਲ ਸਰਕਾਰ ਹੁੰਦੀ ਹੈ, ਉਹਨੇ ਬਹਾਦਰ ਉਸ ਮੁਲਕ ਵਿੱਚ ਬੱਚੇ ਔਰ ਬਜ਼ੁਰਗ ਪੈਦਾ ਹੁੰਦੇ ਨੇ। ਔਰ ਆਪਾਂ ਦੇਖ ਚੁੱਕੇ ਹਾਂ ਕਿ ਲਾਠੀਆਂ ਖਾ ਕੇ, ਹਰ ਤਰ੍ਹਾਂ ਦੇ ਜ਼ੁਲਮ ਸਹਿ ਕੇ ਉਹਨਾਂ ਨੇ ਪੂਰੀ ਆਪਣੀ ਹਿੰਮਤ ਵੀ ਰੱਖੀ ਹੈ, ਕੋਈ ਰੋਇਆ ਨਹੀਂ, ਕੋਈ ਮਿੰਨਤਾਂ ਨਹੀਂ ਕਰ ਰਿਹਾ, ਜੇਲ੍ਹ ਤੋਂ ਸਿੱਧਾ ਅੰਦੋਲਨ ਜਾ ਕੇ ਤਿਆਰ ਬੈਠੇ ਨੇ। ਔਰ ਇਹ ਤਾਂ 10 20 120 ਬੰਦਿਆਂ ਦੀ ਗੱਲ ਹੈ। ਤੁਸੀਂ ਸੋਚੋ ਕਿ ਕਿਹੜੀ ਸਰਕਾਰ ਕੋਲ ਇੰਨੀ ਸ਼ਮਤਾ ਹੈ, ਔਰ ਜੇਲ੍ਹਾਂ ਵਿੱਚ ਕਿੰਨੇ 3 ਲੱਖ 2 ਲੱਖ ਇਹਨਾਂ ਦੀ ਪੂਰੀ ਜੇਲ੍ਹਾਂ ਵਿੱਚ, ਸਾਡੇ ਜੇਲ੍ਹਾਂ ਦੀ ਕੈਪੈਸਿਟੀ 3 ਲੱਖ ਹੈ, ਔਰ ਉੱਥੇ 3 ਲੱਖ ਤਾਂ ਬੰਦੇ ਹਰ ਰੋਜ਼ ਉੱਥੇ ਆ ਜਾਂਦੇ ਨੇ। ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿਉਂ ਸਰਕਾਰ ਦਾ ਹੁਣ ਥੋੜਾ ਜਿਹਾ ਜਿਹੜਾ ਬੈਲੈਂਸ ਖਰਾਬ ਹੋ ਰਿਹਾ ਹੈ, ਕਿਉਂ ਅਜੀਬ ਗੱਲਾਂ ਕਰਨ ਲੱਗ ਪਈ ਹੈ, ਕਿਉਂ ਉਹਨੂੰ ਹਰ ਬੱਚਾ ਦੁਸ਼ਮਣ ਲੱਗਣ ਲੱਗ ਪਿਆ। ਇਹਦਾ ਮਤਲਬ ਕਿ ਜਿਹੜੀ ਉਹਨਾਂ ਦੀ ਜਿਹੜੀ ਪੂਰੀ ਗਰਾਊਂਡ ਲੈਵਲ ਤੇ ਐਬਿਲਿਟੀ ਕਿ ਕੀ ਹੋ ਰਿਹਾ ਹੈ, ਉਹਨਾਂ ਨੂੰ ਦੇਸ਼ ਵਿੱਚ ਵਾਕਈ ਪਤਾ ਨਹੀਂ ਚੱਲ ਰਿਹਾ ਕਿ ਕਿਸ ਭਾਵਨਾ ਨਾਲ ਲੋਕੀ ਕੰਮ ਕਰ ਰਹੇ ਨੇ, ਔਰ ਜਿਹੜੀ ਉਹਨਾਂ ਦੇ ਪੁਰਾਣੇ ਤਰੀਕੇ ਹੈ, ਪੁਰਾਣੇ ਚਾਲ ਤਰੀਕੇ ਹੈ, ਉਹ ਐਕਚੁਅਲੀ ਅਸੀਂ ਹੁਣ ਫੇਲ ਹੁੰਦੇ ਦੇਖ ਰਹੇ। ਬੈਂਸ ਸਾਹਿਬ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਸ਼ੁਕਰੀਆ ਜੀ। ਸੋ ਮੇਰੇ ਨਾਲ ਮੌਜੂਦ ਸਨ ਹਾਈ ਕੋਰਟ ਦੇ ਉੱਗੇ ਵਕੀਲ ਐਡਵੋਕੇਟ RS ਬੈਂਸ। ਜਿਸ ਤਰੀਕੇ ਦੇ ਨਾਲ ਤਾਨਾਸ਼ਾਹੀ ਸਾਫ਼ ਤੌਰ ਤੇ ਬਿਆਨਾਂ ਦੇ ਵਿੱਚ ਵੀ ਝਲਕਦੀ ਹੈ, ਤੇ ਜਿਹੋ ਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ, ਦਿਸ਼ਾ ਰਵੀ ਨੂੰ ਗ੍ਰਿਫਤਾਰ ਕਰਨਾ, ਨੌਦੀਪ ਕੌਰ ਨੂੰ ਗ੍ਰਿਫਤਾਰ ਕਰਨਾ, ਇਹ ਸਾਰੀਆਂ ਖਬਰਾਂ ਕਿਤੇ ਨਾ ਕਿਤੇ ਇਸ਼ਾਰਾ ਕਰਦੀਆਂ ਕਿ ਅਗਲੇ ਸਮੇਂ ਦੇ ਵਿੱਚ ਕੋਈ ਵੱਡਾ ਬਦਲਾਅ ਹੋ ਸਕਦਾ। ਮੈਨੂੰ ਇਜਾਜ਼ਤ ਦਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।